ਹੈਲੋ ਨਾਰਥ ਅਮਰੀਕਾ ਦੇ ਸ਼ੋਅ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਇਸ ਸ਼ੋਅ ਵਿੱਚ ਅਸੀਂ ਤੁਹਾਡੇ ਟੈਲੀਫੋਨ ਕਾਲਸ ਤੋਂ ਇਲਾਵਾ ਤੁਹਾਡੀਆਂ ਈਮੇਲਸ ਅਤੇ ਫੇਸਬੁੱਕ ਉੱਤੇ ਕਮੈਂਟਸ ਨੂੰ ਲੈ ਕੇ ਵਿਚਾਰ ਚਰਚਾ ਕਰਦੇ ਹਾਂ। ਇਸ ਗੱਲਬਾਤ ਦੇ ਜ਼ਰੀਏ ਸਾਡੀ ਕੋਸ਼ਿਸ਼ ਹੈ, ਸਾਡਾ ਉਪਰਾਲਾ ਹੈ ਕਿ ਆਪਾਂ ਭਖਦੇ ਸਿਆਸੀ ਮਸਲਿਆਂ ਅਤੇ ਹੋਰ ਮੁੱਦਿਆਂ ਨੂੰ ਸਾਹਮਣੇ ਲਿਆ ਸਕੀਏ ਤਾਂ ਕਿ ਸਮਾਜ ਵਿੱਚ ਕੁਝ ਸੁਧਾਰ ਆ ਸਕੇ। ਸਾਡੇ ਨਾਲ ਜੁੜਨ ਵਾਸਤੇ ਤੁਸੀਂ ਸਾਨੂੰ ਉਹਨਾਂ ਟੈਲੀਫੋਨ ਨੰਬਰਸ ਉੱਤੇ ਕਾਲ ਕਰ ਸਕਦੇ ਹੋ ਜਿਹੜੇ ਤੁਹਾਡੀ ਸਕਰੀਨ ਉੱਤੇ ਲਾਈਵ ਸ਼ੋਅ ਵੇਲੇ ਫਲੈਸ਼ ਕਰਨਗੇ। ਇਹ ਲਾਈਵ ਸ਼ੋਅ ਨਾਰਥ ਅਮਰੀਕਾ ਦੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਵਜੇ ਸ਼ੁਰੂ ਹੁੰਦਾ ਹੈ ਅਤੇ ਪੈਸੀਫਿਕ ਟਾਈਮ ਮੁਤਾਬਿਕ ਸ਼ਾਮੀ 5:30 ਵਜੇ ਸ਼ੁਰੂ ਹੁੰਦਾ ਹੈ। ਜੇ ਤੁਹਾਨੂੰ ਟੈਲੀਫੋਨ ਕਰਨ 'ਚ ਕੋਈ ਮੁਸ਼ਕਲ ਆ ਰਹੀ ਹੋਵੇ ਤਾਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਫੇਸਬੁੱਕ ਉੱਤੇ ਆਪਣੇ ਵਿਚਾਰ ਲਿਖ ਸਕਦੇ ਹੋ। ਅੱਜ ਦੀ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੈਨੇਡਾ ਦੀਆਂ 2 ਖਬਰਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਤਾਂ ਜਿਹੜੀ ਬ੍ਰਿਟਿਸ਼ ਕੋਲੰਬੀਆ ਰਾਜ ਵਿੱਚ ਚੋਣਾਂ ਹੋ ਕੇ ਹਟੀਆਂ ਨੇ, ਉੱਥੇ ਆਮ ਅੰਦਾਜ਼ਿਆਂ ਦੇ ਖਿਲਾਫ ਲਿਬਰਲ ਪਾਰਟੀ ਫਿਰ ਸੱਤਾ 'ਚ ਆ ਰਹੀ ਹੈ। BC ਦੀਆਂ 85 ਲੈਜਿਸਲੇਟਿਵ ਅਸੈਂਬਲੀ ਦੀਆਂ ਸੀਟਾਂ ਵਿੱਚੋਂ ਲਿਬਰਲ ਨੇ 50 ਰਾਈਡਿੰਗਸ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਅਤੇ NDP ਨਿਊ ਡੈਮੋਕ੍ਰੈਟਿਕ ਪਾਰਟੀ ਕੇਵਲ 33 ਸੀਟਾਂ ਜਿੱਤ ਸਕੀ ਹੈ। ਇਹ ਉਹੀ ਰਾਜ ਹੈ ਜਿੱਥੋਂ ਕਿਸੇ ਵੇਲੇ ਉੱਥੋਂ ਦੇ ਪ੍ਰੀਮੀਅਰ ਉਜਵਲ ਦੋਸਾਂਝ ਹੁੰਦੇ ਸਨ। ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਇਸ ਵਿੱਚ 3 ਪੰਜਾਬੀ ਸੱਜਣ ਜਿੱਤ ਕੇ ਆਏ ਨੇ। ਇੱਕ ਜੇਤੂ ਨੇ NDP ਦੇ ਹੈਰੀ ਬੈਂਸ, ਜਿਹੜੇ ਪਿੱਛੋਂ ਕਪੂਰਥਲਾ ਜ਼ਿਲ੍ਹੇ ਦੇ ਹਰਦਾਸਪੁਰ ਪਿੰਡ ਦੇ ਰਹਿਣ ਵਾਲੇ ਨੇ। ਇੱਕ ਹੋਰ ਜੇਤੂ ਨੇ NDP ਦੇ ਰਾਜ ਚੌਹਾਨ, ਜਿਹੜੇ ਲੁਧਿਆਣਾ ਦੇ ਪਿੰਡ ਗੁਹਾਰ ਤੋਂ ਨੇ। ਇਹ ਦੋਵਾਂ ਨੇ ਆਪਣੀਆਂ ਸੀਟਾਂ ਦੁਬਾਰਾ ਜਿੱਤੀਆਂ ਨੇ। ਖਬਰਾਂ ਮੁਤਾਬਿਕ ਇਹਨਾਂ ਦੋਵਾਂ ਦੇ ਪਿੰਡ ਦੇ ਵਿੱਚ ਕੱਲ੍ਹ ਦਾ ਖੁਸ਼ੀ ਦਾ ਮਾਹੌਲ ਇਸ ਵੇਲੇ ਹੈ। ਤੀਜੇ ਪੰਜਾਬੀ ਜਿਨ੍ਹਾਂ ਨੇ BC ਦੀਆਂ ਚੋਣਾਂ 'ਚ ਜਿੱਤ ਹਾਸਲ ਕੀਤੀ ਆ ਉਹ ਨੇ ਅਮਰੀਕ ਵਿਰਕ। ਅਮਰੀਕ ਵਿਰਕ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਵਿੱਚ ਇੰਸਪੈਕਟਰ ਨੇ ਅਤੇ ਉਹ ਛੁੱਟੀ ਲੈ ਕੇ ਲੋਕ ਸੇਵਾ ਵਿੱਚ ਪਏ ਹੋਏ ਨੇ। ਸਾਡੇ ਇੱਥੋਂ ਦੇ ਲੋਕਾਂ ਵਾਸਤੇ ਇਹ ਇੱਕ ਬੜੀ ਨਵੀਂ ਗੱਲ ਹੈ ਕਿ ਕੋਈ ਸਰਕਾਰੀ ਕਰਮਚਾਰੀ ਛੁੱਟੀ ਲੈ ਕੇ ਵੀ ਚੋਣਾਂ ਲੜ ਸਕਦਾ ਹੈ। ਇੱਥੇ ਸਰਕਾਰੀ ਕਰਮਚਾਰੀ ਨੂੰ ਰਿਜ਼ਾਈਨ ਕਰਨਾ ਪੈਂਦਾ ਚੋਣਾਂ ਲੜਨ ਤੋਂ ਪਹਿਲਾਂ। ਅਮਰੀਕ ਵਿਰਕ ਲਿਬਰਲ ਪਾਰਟੀ ਦੇ ਲੀਡਰ ਨੇ ਔਰ ਉਹ ਪਿੱਛੋਂ ਬਜਰੂੜ ਪਿੰਡ, ਜਿਹੜਾ ਰੋਪੜ ਅਨੰਦਪੁਰ ਸਾਹਿਬ ਸੜਕ ਦੇ ਉੱਤੇ ਹੈ, ਇਹ ਉੱਥੋਂ ਦੇ ਰਹਿਣ ਵਾਲੇ। ਬੜੀ ਛੋਟੀ ਉਮਰ ਦੇ ਵਿੱਚ ਇਹ ਉੱਥੇ ਚਲੇ ਗਏ ਸੀ ਕਿਉਂਕਿ ਉਹ ਲਿਬਰਲ ਪਾਰਟੀ ਦੇ ਲੀਡਰ ਨੇ। ਦੇਖਣਾ ਇਹ ਹੋਏਗਾ ਕਿ ਉਹਨਾਂ ਨੂੰ ਜਿੱਤ ਤੋਂ ਬਾਅਦ ਕੋਈ ਅਹੁਦਾ ਮਿਲੂਗਾ ਜਾਂ ਨਹੀਂ। ਇਹ ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਦੌਰਾਨ ਕਿਹੋ ਜਿਹਾ ਮਾਹੌਲ ਰਿਹਾ, ਉੱਥੇ ਕਿਸ ਤਰ੍ਹਾਂ ਦਾ ਪ੍ਰਚਾਰ ਹੋਇਆ, ਇਹ ਜਾਣਕਾਰੀ ਅਸੀਂ ਤੁਹਾਡੇ ਕੋਲੋਂ ਲੈਣਾ ਚਾਹਾਂਗੇ। ਸਾਨੂੰ ਇੱਥੇ ਇੰਟਰਸਟਿੰਗ ਗੱਲ ਇਹ ਲੱਗ ਰਹੀ ਹੈ ਕਿ ਇਹਨਾਂ 3 ਸੀਟਾਂ ਜਿਹੜੀਆਂ ਆਪਣੇ ਪੰਜਾਬੀਆਂ ਨੇ ਜਿੱਤੀਆਂ ਨੇ, 'ਚੋਂ 2 ਦੇ ਖਿਲਾਫ 20 ਪੰਜਾਬੀ ਜਿੱਤੇ ਆ ਔਰ ਪੰਜਾਬੀਆਂ ਦੇ ਖਿਲਾਫ 2 ਦੇ ਵਿੱਚ ਪੰਜਾਬੀ ਖੜੇ ਸਨ ਜਿਨ੍ਹਾਂ ਨੂੰ ਇਹਨਾਂ ਨੇ ਹਰਾ ਕੇ ਆਪਣੀ ਜਿੱਤ ਹਾਸਲ ਕੀਤੀ ਹੈ। ਸੋ ਇੱਕ ਤਰੀਕੇ ਨਾਲ ਕੈਨੇਡਾ 'ਚ ਮਿਨੀ ਪੰਜਾਬ ਦੀਆਂ, ਉਸ ਇਲਾਕੇ 'ਚ ਮਿਨੀ ਪੰਜਾਬ ਦੀਆਂ ਚੋਣਾਂ ਸਨ। ਇਹ ਵੀ ਪਤਾ ਲੱਗਾ ਕਿ 19 ਮਈ ਨੂੰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇੱਕ ਮੈਰਾਥਨ ਦੌੜ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਵਿੱਚ 100 ਸਾਲ ਤੋਂ ਵੱਧ ਦੇ ਬਜ਼ੁਰਗ ਫੌਜਾ ਸਿੰਘ ਵੀ ਹਿੱਸਾ ਲੈ ਰਹੇ ਨੇ। ਇਹ ਉਪਰਾਲਾ ਗੁਰੂ ਗੋਬਿੰਦ ਸਿੰਘ ਚਾਈਲਡ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਉਹ ਗਰੀਬ ਮੁਲਕਾਂ ਦੇ ਬੱਚਿਆਂ ਵਾਸਤੇ ਪੈਸਾ ਇਕੱਠਾ ਕਰ ਰਹੇ ਨੇ, ਯਾਨੀ ਫੰਡ ਰੇਜ਼ਿੰਗ ਕਰ ਰਹੇ ਨੇ। ਕਿਉਂਕਿ ਟੋਰਾਂਟੋ ਇਲਾਕੇ 'ਚ ਹੁਣ ਮੌਸਮ ਕਾਫੀ ਖੁੱਲ੍ਹ ਗਿਆ, ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਦੌੜ ਬਹੁਤ ਕਾਮਯਾਬ ਹੋਊਗੀ। ਆਲ ਦੀ ਬੈਸਟ। ਕੱਲ੍ਹ ਦੇ ਸ਼ੋਅ ਦੌਰਾਨ ਕੈਲਗਰੀ ਕੈਨੇਡਾ ਤੋਂ ਪ੍ਰਿਤਪਾਲ ਧਾਲੀਵਾਲ ਹੋਣਾ ਨੇ ਅਰੇਂਜ ਮੈਰਿਜਸ ਦੇ ਹੱਕ 'ਚ ਬਹੁਤ ਜ਼ੋਰਦਾਰ ਵਕਾਲਤ ਕੀਤੀ ਸੀ। ਇਸ ਇਸ਼ੂ ਦੇ ਉੱਤੇ ਸਾਡੇ ਫੇਸਬੁੱਕ 'ਤੇ ਬਹੁਤ ਸਾਰੇ ਕਮੈਂਟਸ ਆਏ ਨੇ। ਕੈਲਗਰੀ ਤੋਂ ਹੀ ਗੁਰਦਿਆਲ ਸਿੰਘ ਨੇ ਲਿਖਿਆ ਹੈ ਕਿ ਜੇ ਅਸੀਂ ਲਵ ਮੈਰਿਜਸ ਜਾਂ ਲਿਵ ਇਨ ਰਿਲੇਸ਼ਨਸ਼ਿਪਸ ਨੂੰ ਉਚਿਤ ਸਮਝਾਂਗੇ ਤਾਂ ਫਿਰ ਅਸੀਂ 14 ਜਾਂ 16 ਸਾਲ ਦੇ ਬੱਚਿਆਂ ਨੂੰ ਕਿਵੇਂ ਸਹੀ ਦਿਸ਼ਾ ਦੇ ਸਕਾਂਗੇ। ਨਿਊਯਾਰਕ ਤੋਂ ਨਿਸ਼ਾਨਦੀਪ ਸਿੰਘ ਚਹਿਲ, ਜਿਨ੍ਹਾਂ ਦੀ ਉਮਰ ਸਿਰਫ 28 ਸਾਲ ਹੈ, ਉਹਨਾਂ ਦਾ ਵਿਚਾਰ ਹੈ ਕਿ ਲਿਵ ਇਨ ਰਿਲੇਸ਼ਨਸ਼ਿਪਸ ਭਾਵੇਂ ਇਕੱਠੇ ਰਹਿਣ ਵਾਲੇ ਜੋੜੇ ਨੂੰ ਤਾਂ ਠੀਕ ਲੱਗਦੀ ਹੋਏਗੀ ਪਰ ਇਹ ਸਮਾਜ ਨੂੰ ਸਵੀਕਾਰ ਨਹੀਂ ਹੈ। ਅਮਨਦੀਪ ਅਗਰਵਾਲ ਦਾ ਕਹਿਣਾ ਹੈ ਕਿ ਜੋੜਿਆਂ ਵੱਲੋਂ ਸ਼ਾਦੀ ਬਿਨਾਂ ਸਹਿਵਾਸ ਕਰਨਾ ਯਾਨੀ ਇਕੱਠੇ ਰਹਿਣਾ ਜਾਨਵਰਾਂ ਵਾਂਗੂ ਲੱਗਦਾ ਹੈ। ਪਰ ਮਨਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਵਿੱਚ ਇੱਕ ਬਹੁਤ ਵੱਡਾ ਫਰਕ ਹੈ। ਜਾਨਵਰਾਂ ਵਿੱਚ
ਡੋਮੈਸਟਿਕ ਵਾਇਲੈਂਸ ਨਹੀਂ ਹੁੰਦੀ, ਯਾਨੀ ਘਰੇਲੂ ਝਗੜੇ ਨਹੀਂ ਹੁੰਦੇ। ਬਹੁਤ ਖੂਬ, ਬਹੁਤ ਵਧੀਆ ਤੁਸੀਂ ਇਹ ਵਿਚਾਰ ਰੱਖਿਆ ਵਾ। ਗੋਲਫ ਕੈਨੇਡਾ ਤੋਂ ਪਰਮਜੋਤ, ਜਿਨ੍ਹਾਂ ਦੀ ਉਮਰ 36 ਸਾਲ ਹੈ, ਉਹਨਾਂ ਦਾ ਮੰਨਣਾ ਹੈ ਕਿ ਵਿਆਹ ਅਰੇਂਜਡ ਹੋਵੇ ਜਾਂ ਆਪਣੀ ਮਰਜ਼ੀ ਨਾਲ ਹੋਵੇ, ਜਾਂ ਤੁਸੀਂ ਬਿਨਾਂ ਵਿਆਹ ਇਕੱਠੇ ਰਹਿ ਰਹੇ ਹੋ, ਇਸ ਦਾ ਕੋਈ ਫਰਕ ਨਹੀਂ ਪੈਂਦਾ। ਜ਼ਰੂਰੀ ਤਾਂ ਇਹ ਹੈ ਕਿ ਇਨਸਾਨਾਂ ਨੂੰ ਖੁਸ਼ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਟੋਰਾਂਟੋ ਕੈਨੇਡਾ ਤੋਂ ਲਵਪ੍ਰੀਤ ਦਿਓਲ, ਜਿਨ੍ਹਾਂ ਦੀ ਉਮਰ ਉਹ ਨੌਜਵਾਨ ਨੇ, 25 ਸਾਲ ਹੈ, ਉਹਨਾਂ ਦਾ ਕਹਿਣਾ ਹੈ ਕਿ ਅਰੇਂਜਡ ਸ਼ਾਦੀ ਇੱਕ ਤਰੀਕੇ ਦੀ ਮਾਪਿਆਂ ਦੀ ਮਰਜ਼ੀ ਨਾਲ ਬਲਾਤਕਾਰ ਹੈ। ਸ਼ਾਇਦ ਇਸੇ ਕਰਕੇ ਹੀ ਭਾਰਤ ਵਿੱਚ ਇੰਨੇ ਬਲਾਤਕਾਰ ਵੱਧ ਰਹੇ ਨੇ। ਕਿਸੇ ਨੂੰ ਦੂਜੇ ਦੀ ਲਾਈਫ ਕੰਟਰੋਲ ਕਰਨ ਦਾ ਕੋਈ ਹੱਕ ਨਹੀਂ ਹੈ। ਜੇ ਕਿਸੇ ਦੀ ਇੱਛਾ ਆਪਣੀ ਮਰਜ਼ੀ ਨਾਲ ਸ਼ਾਦੀ ਕਰਨ ਦੀ ਹੋਵੇ ਅਤੇ ਉਹ ਉਸ ਨਾਲ ਖੁਸ਼ ਹੋਵੇ ਤਾਂ ਇਸ ਉੱਪਰ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਦਾ ਵਿਚਾਰ ਨਿਊਯਾਰਕ ਤੋਂ ਅਮਨਪ੍ਰੀਤ ਦਾ ਹੈ। ਉਹਨਾਂ ਕਿਹਾ ਹੈ ਕਿ ਵਿਆਹ ਦਾ ਕਨਸੈਪਟ ਹੀ ਹੁਣ ਪੁਰਾਣਾ ਹੋ ਰਿਹਾ ਹੈ, ਹੁਣ ਜਾ ਰਿਹਾ ਹੈ। ਵਿਆਹ ਇੱਕ ਝੀਲ ਵਾਂਗੂ ਹੈ ਜਿਸ ਵਿੱਚ ਕੋਈ ਜਾਨ ਨਹੀਂ ਹੁੰਦੀ, ਪਰ ਲਿਵ ਇਨ ਰਿਲੇਸ਼ਨਸ਼ਿਪ ਇੱਕ ਦਰਿਆ ਵਾਂਗੂ ਹੈ ਜਿਹੜੀ ਹਮੇਸ਼ਾ ਤਾਜ਼ੀ ਅਤੇ ਜ਼ਿੰਦਾ ਰਹਿੰਦੀ ਹੈ। ਅਮਨਪ੍ਰੀਤ, ਤੁਸੀਂ ਆਪਣੀ ਉਮਰ ਦਾ ਜ਼ਿਕਰ ਨਹੀਂ ਕੀਤਾ, ਪਰ ਸ਼ਾਇਦ ਤੁਸੀਂ ਇੱਕ ਬਹੁਤ ਸਵੀਪਿੰਗ ਸਟੇਟਮੈਂਟ ਦੇ ਦਿੱਤੀ ਹੈ। ਬਹੁਤ ਸਾਰੀਆਂ ਸ਼ਾਦੀਆਂ ਵਿੱਚ ਵੀ ਤਾਜ਼ਗੀ ਰਹਿੰਦੀ ਹੈ, ਤਾਜ਼ਗੀ ਹੁੰਦੀ ਹੈ। ਲੋਕ ਸ਼ਾਦੀ ਕਰਕੇ ਉਸ ਤੋਂ ਬਾਅਦ ਆਪਣੇ ਪਰਿਵਾਰ ਨਾਲ ਖੁਸ਼ ਰਹਿੰਦੇ ਨੇ। ਇਹ ਕਮੈਂਟ ਕਾਫੀ ਇੰਟਰਸਟਿੰਗ ਹੈ। ਮੈਂ ਉਮਰ ਇਸ ਕਰਕੇ ਮੈਂਸ਼ਨ ਕਰ ਰਿਹਾ ਕਿਉਂਕਿ ਇੰਝ ਲੱਗਦਾ ਹੈ ਕਿ ਜ਼ਿਆਦਾ ਨੌਜਵਾਨ ਆਪਣੀ ਮਰਜ਼ੀ ਦੀ ਸ਼ਾਦੀ ਯਾਨੀ ਪ੍ਰੇਮ ਵਿਵਾਹ ਦੇ ਹੱਕ 'ਚ ਨੇ। ਖੈਰ, ਇਹ ਇੱਕ ਹਰ ਇਨਸਾਨ ਦਾ ਨਿੱਜੀ ਫੈਸਲਾ ਹੈ ਜਿਸ ਨੂੰ ਆਪਾਂ ਇੱਕ ਦੂਜੇ 'ਤੇ ਥੋਪ ਨਹੀਂ ਸਕਦੇ। ਕਿਉਂਕਿ ਅਰੇਂਜਡ ਅਤੇ ਲਵ ਮੈਰਿਜਸ ਦੀ ਗੱਲ ਕਰਦੇ ਕਰਦੇ ਲਿਵ ਇਨ ਰਿਲੇਸ਼ਨਸ਼ਿਪਸ ਦੀ ਗੱਲ ਹੋਣ ਲੱਗ ਪਈ। ਲਿਵ ਇਨ ਰਿਲੇਸ਼ਨਸ਼ਿਪਸ ਯਾਨੀ ਬਿਨਾਂ ਵਿਆਹ ਸਹਿਵਾਸ ਇੱਕ ਬਹੁਤ ਹੀ ਵਿਵਾਦਿਤ ਮਸਲਾ ਹੈ। ਮੈਂ ਉਸ ਦੇ ਪਿਛੋਕੜ 'ਚ ਜਾਣਾ ਚਾਹੁੰਦਾ ਹਾਂ। ਇੱਕ ਆਮ ਫੀਲਿੰਗ ਹੈ ਕਿ ਇਹ ਲਿਵ ਇਨ ਰਿਲੇਸ਼ਨਸ਼ਿਪ ਦਾ ਕਨਸੈਪਟ ਜਾਂ ਜਿਹਨੂੰ ਆਪਾਂ ਬਿਨਾਂ ਸ਼ਾਦੀ ਦੇ ਸਹਿਵਾਸ ਕਹਿ ਸਕਦੇ ਹਾਂ, ਇਹ ਇੱਕ ਪੱਛਮੀ ਕਨਸੈਪਟ ਹੈ। ਪਰ ਸਾਡੇ ਪੁਰਾਣੇ ਲੋਕਾਂ ਨੂੰ ਯਾਦ ਹੋਊ ਕਿ ਸਦੀਆਂ ਪਹਿਲੋਂ ਕਈਆਂ ਨੇ ਸੁਣਿਆ ਹੋਊ ਕਿ ਕਨਸੈਪਟ ਹੁੰਦਾ ਸੀ ਗੰਧਰਵ ਵਿਆਹ। ਇਸ 'ਚ ਇੱਕ ਆਦਮੀ ਅਤੇ ਇੱਕ ਔਰਤ ਪਰਮਾਤਮਾ ਅੱਗੇ ਇਕੱਠੇ ਰਹਿਣ ਦਾ ਆਪਸ 'ਚੋਂ ਫੈਸਲਾ ਕਰਦੇ ਸੀ, ਪਰ ਇਸ ਨੂੰ ਉਹ ਲੋਕਾਂ ਅੱਗੇ ਖੁੱਲ੍ਹਾ ਨਹੀਂ ਸੀ ਕਰਦੇ। ਹੁਣ ਜਿਹੜਾ ਇਸ ਵੇਲੇ ਕਨਸੈਪਟ ਚੱਲ ਰਿਹਾ ਹੈ 1960s ਜਾਂ 70s ਤੋਂ ਸ਼ੁਰੂ ਹੋਇਆ ਸੀ ਅਤੇ ਆਪਾਂ ਵੇਖ ਰਹੇ ਹਾਂ ਕਿ ਇਸ 'ਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ। ਇਹ ਵੈਸੇ ਤਾਂ ਗੇ ਜਾਂ ਹੋਮੋਸੈਕਸ਼ੁਅਲ ਕਪਲਸ ਤੋਂ ਸ਼ੁਰੂ ਹੋਇਆ ਸੀ, ਪਰ ਫਿਰ ਬਾਕੀਆਂ 'ਚ ਵੀ ਇਹ ਲਿਵ ਇਨ ਰਿਲੇਸ਼ਨਸ਼ਿਪ ਦਾ ਕਨਸੈਪਟ ਜਿਹੜਾ ਵਾ ਇਕੱਠੇ ਰਹਿਣ ਦਾ ਜਿਹੜਾ ਰਿਵਾਜ਼ ਆ ਇਹ ਸ਼ੁਰੂ ਹੋ ਗਿਆ। ਇਸ ਵੇਲੇ ਮੇਰਾ ਖਿਆਲ ਹੈ 3-4 ਮਿਲੀਅਨ ਲੋਕੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਰਹਿ ਰਹੇ ਨੇ। ਆਪਣੇ ਭਾਰਤ ਦੇ ਵਿੱਚ ਤਾਂ ਬਹੁਤ ਘੱਟ ਇਸ ਤਰ੍ਹਾਂ ਰਹਿ ਰਹੇ ਨੇ, ਪਰ ਪੱਛਮੀ ਦੇਸ਼ਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਪ੍ਰਚਲਿਤ ਹੈ, ਪ੍ਰਫੁੱਲਤ ਹੈ। ਪਰ ਫਿਰ ਵੀ ਅਸੀਂ ਇਸ ਦੀ ਸਿਫਾਰਿਸ਼ ਬਿਲਕੁਲ ਨਹੀਂ ਕਰਦੇ। ਕੁਝ ਲੋਕੀ ਇਸ ਨੂੰ ਵਿਆਹ ਦਾ ਸਬਸਟੀਚਿਊਟ ਨਹੀਂ ਸਮਝਦੇ, ਪਰ ਇਸ ਨੂੰ ਜ਼ਿੰਦਗੀ ਦਾ ਪਹਿਲਾ ਸਟੈਪ ਸਮਝਦੇ ਨੇ। ਉਹ ਫਿਰ ਵੀ ਕੁਝ ਹੱਦ ਤੱਕ ਐਕਸੈਪਟੇਬਲ ਲੱਗਦਾ ਹੈ, ਪਰ ਲਿਵ ਇਨ ਨਾਲ ਕਈ ਦਿੱਕਤਾਂ ਨੇ। ਸਭ ਤੋਂ ਪਹਿਲੀ ਦਿੱਕਤ ਤਾਂ ਤੁਸੀਂ ਜਿਵੇਂ ਸਾਰੇ ਜਾਣਦੇ ਜੇ ਕਿ ਇਸ ਵਾਸਤੇ ਕਿਹੜੀ ਉਮਰ ਹੋਣੀ ਚਾਹੀਦੀ ਹੈ, ਇਹਦਾ ਕੋਈ ਕਨਸੈਪਟ ਕਲੀਅਰ ਨਹੀਂ ਹੈਗਾ। ਕਈ ਹੋਰ ਦਿੱਕਤਾਂ ਵੀ ਆਉਂਦੀਆਂ ਨੇ। ਮੈਨੂੰ ਯਾਦ ਹੈ ਕਿ 1976 ਦੇ ਵਿੱਚ ਇੱਕ ਫਿਲਮ ਸਟਾਰ ਸੀ ਲੀ ਮਾਰਵਿਨ, ਅਤੇ ਉਹਨਾਂ ਦਾ ਸਾਥੀ, ਉਹਨਾਂ ਦਾ ਆਪਸ ਦੇ ਵਿੱਚ ਬਾਅਦ ਝਗੜਾ ਹੋ ਗਿਆ। ਇਹ ਦੋਵੇਂ ਫਿਰ ਕੈਲੀਫੋਰਨੀਆ ਦੀ ਅਦਾਲਤ 'ਚ ਇਹਨਾਂ ਦਾ ਕੇਸ ਕਈ ਸਾਲ ਚੱਲਦਾ ਰਿਹਾ। ਆਪਸ ਦੇ ਵਿੱਚ ਉਹਨਾਂ ਦਾ ਮੇਰੇ ਖਿਆਲ ਪੈਸਿਆਂ ਕਰਕੇ ਝਗੜਾ ਹੋਇਆ ਸੀ। ਇਹ ਇਸ ਦੇ ਬਾਵਜੂਦ ਵੀ ਹੋਇਆ ਕਿ ਉਹਨਾਂ ਦੇ ਆਪਸ ਦੇ ਵਿੱਚ ਇੱਕ ਲਿਖਤੀ ਸਮਝੌਤਾ ਕੀਤਾ ਹੋਇਆ ਸੀ, ਯਾਨੀ ਉਹਨਾਂ ਦਾ ਇੱਕ ਕੋਹੈਬਿਟੇਸ਼ਨ ਦਾ ਐਗਰੀਮੈਂਟ ਸੀ। ਜਿਵੇਂ ਸ਼ਾਦੀ ਤੋਂ ਪਹਿਲਾਂ ਕਈ ਲੋਕੀ ਪ੍ਰੀ ਨੂਪਸ਼ਲ ਜਾਂ ਪ੍ਰੀ ਮੈਰਿਟਲ ਅਰੇਂਜਮੈਂਟ ਕਰ ਲੈਂਦੇ ਆ, ਇਸੇ ਤਰ੍ਹਾਂ ਹੀ ਕੋਹੈਬਿਟੇਸ਼ਨ ਅਰੇਂਜਮੈਂਟ ਕਈ ਲੋਕੀ ਲਿਵ ਇਨ ਰਿਲੇਸ਼ਨਸ਼ਿਪ ਤੋਂ ਪਹਿਲਾਂ ਕਰ ਲੈਂਦੇ ਆ। ਇਸੇ ਤਰ੍ਹਾਂ ਹੀ ਤੁਹਾਨੂੰ ਬਹੁਤ ਸਾਰਿਆਂ ਨੂੰ ਯਾਦ ਹੋਊ, ਜਿਨ੍ਹਾਂ ਨੂੰ ਸਪੈਸ਼ਲੀ ਜਿਨ੍ਹਾਂ ਨੂੰ ਸਪੋਰਟਸ ਦਾ ਇੰਟਰਸਟ ਆ, ਕਿ 1993 'ਚ ਮਸ਼ਹੂਰ ਜਿਹੜੀ ਟੈਨਿਸ ਦੀ ਖਿਡਾਰੀ ਆ ਮਾਰਟੀਨਾ ਨਵਰਾਟਿਲੋਵਾ, ਉਹਨਾਂ ਦੇ ਸਾਥੀ, ਉਹਨਾਂ ਦੀ ਸਾਥਣ ਸੀਗੀ ਜੂਡੀ ਨੈਲਸਨ। ਇਹ ਕਰੀਬ 7-8 ਸਾਲ ਇਕੱਠੇ ਰਹੇ। ਉਸ ਤੋਂ ਬਾਅਦ ਉਹਨਾਂ ਦਾ ਵੀ ਆਪਸ 'ਚ ਰੌਲਾ ਪੈ ਗਿਆ, ਜਿਸ ਕਰਕੇ ਉਹਨਾਂ ਨੂੰ ਫਿਰ ਅਦਾਲਤ 'ਚ ਜਾਣਾ ਪਿਆ। ਸੋ ਗੱਲ ਉੱਥੇ ਆ ਜਾਂਦੀ ਹੈ ਕਿ ਜਿੱਥੇ ਕੋਈ ਕਮਿਟਮੈਂਟ ਨਹੀਂ ਹੁੰਦੀ ਅਤੇ ਉਹ ਪਰਿਵਾਰ ਦੀ ਸ਼ਕਲ, ਇੱਕ ਕਮਿਟਮੈਂਟ ਜਿਹੜੀ ਆ ਬਾਅਦ 'ਚ ਪਰਿਵਾਰ ਦੀ ਸ਼ਕਲ ਨਹੀਂ ਲੈ ਲੈਂਦੀ, ਉਦੋਂ ਤੱਕ ਦੋ ਸਰਜਨਾਂ ਦੇ ਵਿੱਚ ਇਕੱਠੇ ਰਹਿਣ ਦਾ ਢੰਗ ਤਰੀਕਾ ਆਮ ਤੌਰ 'ਤੇ ਰਾਸ ਨਹੀਂ ਆਉਂਦਾ। ਬਹੁਤ ਸਾਰੀਆਂ ਲਵ ਮੈਰਿਜਸ ਕਾਮਯਾਬ ਨੇ, ਪਰ ਬਹੁਤ ਘੱਟ ਲਿਵ ਇਨ ਰਿਲੇਸ਼ਨਸ਼ਿਪਸ
ਅਖੀਰ ਤੱਕ ਨਿਭਦੀਆਂ ਨੇ। ਅੱਗੇ ਅੱਗੇ ਕੀ ਹੋਊ ਇਸ ਬਾਬਤ ਆਪਾਂ ਸ਼ਾਇਦ ਇਸ ਵੇਲੇ ਕੁਝ ਨਹੀਂ ਕਹਿ ਸਕਦੇ। ਕੁਝ ਕਾਲਰ ਸਾਡੇ ਨਾਲ ਜੁੜੇ ਆ, ਉਹ ਸੁਣਦੇ ਆ ਉਹ ਇਸ ਬਾਬਤ ਜਾਂ ਹੋਰ ਕਿਸੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਨੇ। ਹੈਲੋ ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਆਪਣੇ ਮਾਰੇ ਮੈਂ ਕੁਲਵੰਤ ਸਿੰਘ ਬੋਲਦਾ ਕੈਲੀਫੋਰਨੀਆ ਤੋਂ। ਕੁਲਵੰਤ ਸਿੰਘ ਕੈਲੀਫੋਰਨੀਆ ਤੋਂ। ਹਾਂਜੀ ਕੁਲਵੰਤ ਜੀ। ਹਾਂਜੀ ਮਹਾਰਾਜ, ਮੈਂ ਇੱਕ ਵਿਚਾਰ ਦੇ ਵਿੱਚ ਸੀਗਾ ਕਿ ਜਿਹੜਾ ਇਹ ਰਿਲੇਸ਼ਨ ਵਿਆਹ ਵਾਲੇ ਲਾ ਲਓ ਜਾਂ ਲਵ ਮੈਰਿਜ ਲਾ ਲਓ, ਹਾਂ ਇਹ ਦੋਵੇਂ ਜਿੱਥੇ ਫਿੱਟ ਬਹਿ ਜਾਣ ਵੈਸੇ ਉਹੀ ਵਧੀਆ ਵਾ। ਲਵ ਵਾਲੇ ਵੀ ਕਈ ਵਾਰ ਚੱਲ ਜਾਂਦੇ ਆ ਜੀ, ਤੇ ਕਈ ਵਾਰੀ ਅਰੇਂਜ ਮੈਰਿਜ ਜਿਹੜੀ ਉਹ ਬਿਲਕੁਲ ਫਿੱਟ ਨਹੀਂ ਬਹਿੰਦੀ। ਮਾਂ ਪਿਓ ਨੇ ਕੀਤਾ ਵੀ ਜਿਹੜਾ ਉਹ ਫਿੱਟ ਨਹੀਂ ਬਹਿੰਦਾ। ਬਿਲਕੁਲ ਠੀਕ ਹੈ। ਤੇ ਦੂਜੀ ਇੱਕ ਗੱਲ ਆ, ਜਿਹੜੇ ਸਾਡੇ ਸਮਾਜ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਨਾ ਕਿ ਜ਼ਿਆਦਾ ਸ਼ੋਸ਼ਣ ਜਨਾਨੀਆਂ ਦਾ ਹੀ ਹੁੰਦਾ, ਬੰਦਿਆਂ ਦਾ ਤਾਂ ਘੱਟ ਹੀ ਹੁੰਦਾ ਵੈਸੇ ਜੀ। ਤੇ ਕਿਉਂਕਿ ਦੇਖੋ, ਜੇ ਅੱਜ ਕਿਸੇ ਦਾ ਹਸਬੈਂਡ 30-32-33 ਸਾਲ ਵਾਲੀ ਦਾ ਗੁਜ਼ਰ ਵੀ ਜਾਵੇ ਤੇ ਅਸੀਂ ਉਹਨੂੰ ਤੇ ਇਹੋ ਗੱਲ ਕਹਿੰਦੇ ਹਮੇਸ਼ਾ ਹੀ ਕਿ ਬੇਟਾ ਤੂੰ ਬੱਚੇ ਵੱਲ ਦੇਖ ਜੀ, ਠੀਕ ਹੈ। ਜੇ ਉਹਦੇ ਅਗੇਂਸਟ ਮੰਨ ਲਓ ਉਹ ਜਨਾਨੀ ਗੁਜ਼ਰ ਜਾਵੇ ਤੇ ਅਸੀਂ ਬੰਦੇ ਦਾ ਵਿਆਹ 4 ਹਫ਼ਤਾ ਨਹੀਂ ਪੈਣ ਦਿੰਦੇ, 20 ਦਿਨ ਨਹੀਂ ਪੈਣ ਦਿੰਦਾ, ਵਿਆਹ ਹੀ ਮਿੰਟੋ ਮਿੰਟੀ ਕਰ ਦਿੰਦੇ ਆ, ਭਾਵੇਂ ਉਹਦੇ ਨਿਆਣੇ ਹੋਰ ਚ ਨਾ ਹੋਣ। ਹੁਣ ਇਹੋ ਜਿਹੇ ਮਸਲੇ ਦੇ ਵਿੱਚ ਜਿਹੜੇ ਲਿਵਿੰਗ ਇਕੱਠੇ ਰਹਿੰਦੇ ਆ ਉਹਨਾਂ ਨੂੰ ਡਾਈਵੋਰਸ ਕਰਨਾ ਵੀ ਸੌਖਾ ਤਾਂ ਅਗਲਾ ਵਿਆਹ ਕਰਨਾ ਵੀ ਸੌਖਾ, ਉਹਦੇ ਵਿੱਚ ਉਹ ਜ਼ਿਆਦਾ ਚੰਗੇ ਫਿੱਟ ਬਹਿ ਜਾਂਦੇ ਆ। ਠੀਕ ਹੈ ਨਾ। ਮਤਲਬ ਮੇਰਾ ਇਹੋ ਜਿਹਾ ਵਿਚਾਰ ਆ ਕਿ ਇਹ ਜਿਹੜੀ ਫਿੱਟ ਬਹਿ ਜਾਵੇ ਗੱਲ ਉਹੀ ਚੰਗੀ ਆ। ਇਹਦੇ ਵਿੱਚ ਕੋਈ ਮਾਪਦੰਡ ਨਹੀਂ ਹੈਗਾ ਕਿ ਇਹਦੇ ਵਾਲਾ ਜ਼ਿਆਦਾ ਸਹੀ ਬਹਿਣਾ ਤੇ ਦੂਜਾ ਨਹੀਂ ਸਹੀ ਬਹਿਣਾ। ਬਿਲਕੁਲ, ਉਹ ਤਾਂ ਠੀਕ ਹੈ, ਪਰ ਇੱਕ ਨਵਾਂ ਕਨਸੈਪਟ ਸ਼ੁਰੂ ਹੋ ਗਿਆ, ਲਿਵ ਇਨ ਰਿਲੇਸ਼ਨਸ਼ਿਪਸ, ਬਿਨਾਂ ਸ਼ਾਦੀ ਦੇ ਜਿਹੜੇ ਸਹਿਵਾਸ ਕਰਦੇ ਆ ਇਕੱਠੇ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਜੀ ਦੇਖੀਏ ਇੱਥੇ ਕੈਲੀਫੋਰਨੀਆ ਵਿੱਚ ਵੀ ਕਿ ਜਿੰਨੇ ਲੋਕੀ ਜ਼ਿਆਦਾ ਇਕੱਠੇ ਰਹਿੰਦੇ ਆ ਨਾ 10-12 ਸਾਲ ਉਹ ਰਿਲੇਸ਼ਨ ਇਕੱਠੇ ਰਹੀ ਜਾਂਦੇ ਆ ਬਿਨਾਂ ਮੈਰਿਜ ਤੋਂ, ਉਹ ਬਿਲਕੁਲ ਸਹੀ ਚੱਲਦੇ ਆ। ਜਦੋਂ 11 ਸਾਲ ਬਾਅਦ ਉਹ ਕਹਿੰਦੇ ਵੀ ਆਪਾਂ ਵਿਆਹ ਕਰਾ ਲਈ, ਹੁਣ ਆਪਾਂ ਨੂੰ ਬਹੁਤ ਪੁਰਾਣੇ ਹੋ ਗਏ ਆਪਾਂ, ਉਹ ਐਗਰੀਮੈਂਟ ਦੇ ਵਿੱਚ ਜਦੋਂ ਫਸਦੇ ਆ ਨਾ ਜੀ, ਉਦੋਂ ਬਾਅਦ 'ਚ 1 ਸਾਲ ਉਹਦਾ ਵਿਆਹ ਨਹੀਂ ਚੱਲਦਾ ਉਹਨਾਂ ਦਾ। ਅੱਛਾ, ਹਾਂਜੀ, ਕਿਉਂਕਿ ਇਹ ਜਿੱਥੋਂ ਤੱਕ ਮੈਂ ਦੇਖਿਆ ਨਾ, ਬੰਦਾ ਜਨਾਨੀ ਨੂੰ ਕੰਟਰੋਲ ਕਰਦਾ ਹਮੇਸ਼ਾ ਹੀ, ਤੇ ਜੋ ਲੇਟ ਕਿਉਂ ਹੋ ਗਈ ਆ ਉਹਦੇ ਕਈ ਇਸ਼ੂ ਨਿਕਲ ਜਾਂਦੇ ਉਹਦੇ ਵਿੱਚੋਂ ਫਿਰ, ਕਿਉਂਕਿ ਪਹਿਲੋਂ ਦੋਵੇਂ ਫ੍ਰੀ ਹੁੰਦੇ ਆ। ਜੀ ਪਹਿਲੋਂ ਦੋਵਾਂ ਦਾ ਕਿਸੇ ਨੂੰ ਸਵਾਲ ਜਵਾਬ ਨਹੀਂ ਹੁੰਦਾ ਕਿਉਂਕਿ ਦੋਵੇਂ ਫ੍ਰੀ ਮਾਈਂਡ ਹੁੰਦੇ ਆ। ਜਦੋਂ ਐਗਰੀਮੈਂਟ ਹੋ ਜਾਂਦਾ ਉਹਦੇ ਵਿੱਚ ਦੋਵੇਂ ਫਸ ਜਾਂਦੇ ਆ ਕੇ। ਫਿਰ ਬਿਲਕੁਲ ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਕਈ ਹੋਰ ਰੌਲੇ ਪੈ ਜਾਂਦੇ ਆ, ਮੇਰੇ ਖਿਆਲ ਪੈਸਿਆਂ ਦਾ ਰੌਲਾ ਪੈ ਜਾਂਦਾ, ਜਾਇਦਾਦ ਦਾ ਰੌਲਾ ਪੈ ਜਾਂਦਾ, ਪੈ ਕੇ ਉਹ 1 ਸਾਲ ਸ਼ਾਦੀ ਦੀ ਚੱਲਦੀ, ਉਹਦੇ ਬਾਅਦ ਸ਼ਾਦੀ ਟੁੱਟ ਜਾਂਦੀ ਹੈ। ਜੀ ਬਹੁਤ ਬਹੁਤ ਧੰਨਵਾਦ ਕੁਲਵੰਤ ਜੀ, ਤੁਸੀਂ ਸਾਡੇ ਨਾਲ ਜੁੜੇ, ਤੁਸੀਂ ਆਪਣੇ ਵਿਚਾਰ ਰੱਖੇ, ਥੈਂਕ ਯੂ ਵੈਰੀ ਮੱਚ। ਇੱਕ ਹੋਰ ਕਾਲਰ ਹੈ, ਆਪਾਂ ਸੁਣਦੇ ਹਾਂ ਉਹ ਕੀ ਕਹਿੰਦੇ ਨੇ। ਹੈਲੋ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ ਨਾ ਪ੍ਰਿਤਪਾਲ ਢਾਲੀਵਾਲ ਬੋਲਦਾ। ਹਾਂਜੀ ਪ੍ਰਿਤਪਾਲ ਜੀ, ਇਹ ਤੁਹਾਡੇ ਤੋਂ ਹੀ ਸ਼ੁਰੂ ਹੋਇਆ ਸੀ ਕੰਮ, ਇਹ ਆਪਣੀ ਡਿਸਕਸ਼ਨ ਜਿਹੜੀ ਆ, ਤੁਸੀਂ ਲੋਕਾਂ ਦੇ ਵਿਚਾਰ ਵੀ ਸੁਣ ਲਏ ਆ, ਥੋੜਾ ਜਿਹਾ ਸੰਖੇਪ ਦੇ ਦੱਸਿਓ ਕੀ ਕਹਿਣਾ ਚਾਹੁੰਦੇ ਜੀ, ਕਿਉਂਕਿ ਆਪਾਂ ਬਾਕੀਆਂ ਦੇ ਵਿਚਾਰ ਵੀ ਸੁਣਨੇ ਆ। ਹਾਂਜੀ, ਇਹ ਕਾਫੀ ਇਹ ਜਿਹੜਾ ਇਸ਼ੂ ਕਾਫੀ ਡਿਮਾਂਡ ਕਰਦਾ ਆਪਣੀ ਬਰੋਡ ਜਿਹੜੀ ਆਪਣੀ ਡਿਬੇਟਾਂ ਹੋਣੀਆਂ ਚਾਹੀਦੀਆਂ ਤੇ ਆਪਾਂ ਜਿਹੜਾ ਲਵ ਮੈਰਿਜ ਇਟਸ ਈਜ਼ੀ ਟੂ ਅੰਡਰਸਟੈਂਡ ਵੀ ਆਪਣੇ ਮੂਵੀਆਂ ਦੇ ਥਰੂ ਜਾਂ ਐਂਟਰਟੇਨਮੈਂਟ ਦੇ ਥਰੂ ਜਿਹੜਾ ਅਰੇਂਜ ਮੈਰਿਜ ਦਾ ਕਨਸੈਪਟ ਆਈ ਥਿੰਕ ਵੀ ਆਰ ਫੇਲਿੰਗ ਟੂ ਮੇਕ ਸੈਂਸ ਆਫ ਇਟ। ਹੁਣ ਜਿਹੜਾ ਅਰੇਂਜ ਮੈਰਿਜ ਹੈ ਇਟਸ ਏ ਕੰਬੀਨੇਸ਼ਨ ਆਫ ਫਿਊ ਐਲੀਮੈਂਟਸ, ਰਾਈਟ, ਜਿੱਦਾਂ ਆਪਣੇ ਕਾਸਟ ਜਾਂ ਆਪਣੇ ਪਰਿਵਾਰ ਜਾਂ ਆਪਣਾ ਲਾਸਟ ਨਾਂ ਜਾਂ ਕਿ ਪਿੰਡ, ਉਹ ਜਦੋਂ ਕਿ ਤੁਹਾਡੇ ਕੋਈ ਸਟ੍ਰੈਸ ਕੋਈ ਤੁਹਾਡੇ ਆਉਂਦੀ ਹੈ, ਕੋਈ ਪ੍ਰੋਬਲਮ ਆਉਂਦੀ ਹੈ, ਰਾਈਟ, ਉਹ ਜਿਹੜੇ ਐਲੀਮੈਂਟ ਆ ਉਹ ਦੇ ਵਰਕ ਲਾਈਕ ਏ ਸੇਫਟੀ ਇਕਵਿਪਮੈਂਟਸ ਫਾਰ ਮਾਊਂਟੇਨ ਕਲਾਈਂਬਰ, ਰਾਈਟ। ਹੁਣ ਆਪਾਂ ਜੇ ਆਪਣੇ ਕੋਈ ਫੈਮਿਲੀ 'ਚ ਪ੍ਰੋਬਲਮ ਆਉਂਦੀ, ਆਪਾਂ ਕਹਿੰਦੇ ਮੇਰੀ ਕਾਸਟ ਦਾ ਨਾ ਕੋਈ ਆਪਾਂ ਨੂੰ ਬਦਨਾਮੀ ਹੋਵੇ, ਮੇਰੇ ਲਾਸਟ ਨੇਮ ਨਾ ਹੋਵੇ, ਮੇਰੀ ਫੈਮਿਲੀ ਨਾ ਹੋਵੇ। ਹੁਣ ਜਿਹੜਾ ਲਵ ਜਾਂ ਜਦੋਂ ਉਹਨਾਂ ਦਾ ਲਵ ਖਤਮ ਹੋ ਜਾਂਦਾ, ਦੇ ਡੋਂਟ ਹੈਵ ਮਚ ਟੂ ਹੋਲਡ, ਦੈਟਸ ਵਾਈ ਦੇ ਫਾਲ ਪਾਰਟ, ਰਾਈਟ। ਹੁਣ ਫਿਰ ਇੱਕ ਆਪਾਂ ਕਹਿੰਦੇ ਜਿਹੜੇ ਵੈਸਟ ਦਾ ਇਹ ਵੈਸਟ ਦਾ ਹੈਗਾ ਇਹ ਕਨਸੈਪਟ ਜਿਹੜਾ ਲਵ ਮੈਰਿਜ ਦਾ, ਰਾਈਟ, ਇਹ ਵੈਸਟ ਦਾ ਨਹੀਂ, ਇਹ ਕਾਰਪੋਰੇਟ ਸਿਸਟਮ ਹੈਗਾ। ਇਹ ਜਿਹੜਾ ਵੈਸਟ ਦੇ ਵਿੱਚ ਬਿਲਕੁਲ ਪ੍ਰਿਤਪਾਲ ਜੀ, ਤੁਸੀਂ ਕੱਲ ਵੀ ਇਹ ਵਿਚਾਰ ਰੱਖੇ ਸੀਗੇ, ਮੈਂ ਬਾਕੀਆਂ ਦੀ ਵੀ ਗੱਲ ਸੁਣਨੀ ਚਾਹੁੰਦਾ ਵਾਂ। ਤੁਸੀਂ ਜਿਹੜੀ ਗੱਲ ਕੀਤੀ ਨਾ ਕਾਸਟ ਸਿਸਟਮ ਦੇ ਬੇਸ ਤੇ, ਜਾਂ ਤੁਸੀਂ ਇੱਕ ਬੰਦਾ ਇੱਕੋ ਜਾਤੀ ਦਾ ਵਾ ਜਾਂ ਇੱਕੋ ਹੀ ਸਬ ਕਾਸਟ ਦੇ ਸ਼ਾਦੀ ਨਹੀਂ ਹੋਣੀ, ਉਹ ਕਿਸੇ ਵੇਲੇ ਤੱਕ ਇਹ ਕਾਮਯਾਬ ਸੀ ਔਰ ਸ਼ਾਇਦ ਉਹਦੇ 'ਚ ਇੱਕ ਰੈਲੇਵੈਂਸ ਸੀ, ਕਿਉਂਕਿ ਉਦੋਂ ਪਰਿਵਾਰ ਛੋਟੇ ਸੀ। ਵੀ ਜੇ ਕੋਈ ਜਿਵੇਂ ਆਪਣੇ ਜੱਟ ਸਿੱਖਸ ਦੇ ਵਿੱਚ ਵੀ ਕੋਈ ਗਿੱਲ ਆ ਤੇ ਉਹ ਗਿੱਲਾਂ ਦੇ ਵਿੱਚ ਵਿਆਹ ਨਹੀਂ ਕਰੂਗਾ, ਜੇ ਕੋਈ ਧਾਲੀਵਾਲ ਹੈ ਧਾਲੀਵਾਲਾਂ 'ਚ ਵਿਆਹ ਨਹੀਂ ਕਰੂਗਾ, ਪਹਿਲਾਂ ਕਨਸੈਪਟ ਸੀ, ਉਹਦੇ ਪਰਿਵਾਰ ਛੋਟੇ ਸੀ। ਹੁਣ ਬਹੁਤ ਜ਼ਿਆਦਾ ਪਰਿਵਾਰ ਵੱਡੇ ਹੋ ਗਏ ਆ ਔਰ ਬਹੁਤ ਸਾਰੇ ਲੋਕੀ ਜਿਹੜੇ ਆ ਉਹ ਕਿਸੇ ਤਰੀਕੇ ਨਾਲ ਵੀ ਇੱਕ ਦੂਜੇ ਨਾਲ ਉਹਨਾਂ ਦੀ ਰਿਸ਼ਤੇਦਾਰੀ ਨਹੀਂ ਹੁੰਦੀ, ਪਿੰਡ ਵੀ ਨੇੜੇ ਤੇੜੇ ਦੇ ਨਹੀਂ ਹੁੰਦੇ, ਬਿਲਕੁਲ ਡਿਫਰੈਂਟ ਇਲਾਕੇ ਦੇ ਰਹਿਣ ਵਾਲੇ ਹੁੰਦੇ ਆ। ਸੋ ਇਸ ਕਰਕੇ ਸ਼ਾਇਦ ਇਹ ਹੁਣ ਉਹਨਾਂ ਇਹ ਕਨਸੈਪਟ ਰੈਲੇਵੈਂਟ ਨਹੀਂ ਰਹਿ ਗਿਆ ਜਿੰਨਾ ਅੱਜ ਤੋਂ ਸ਼ਾਇਦ 100 ਜਾਂ 200 ਸਾਲ ਪਹਿਲਾਂ ਸੀ। ਖੈਰ, ਤੁਹਾਡੇ ਵਿਚਾਰ ਰੱਖਣ ਵਾਸਤੇ ਬਹੁਤ ਬਹੁਤ ਧੰਨਵਾਦ। ਇੱਕ ਹੋਰ ਕਾਲਰ ਆ, ਸੁਣਦੇ ਉਹਨਾਂ ਤੋਂ ਕੀ ਕਹਿੰਦੇ ਨੇ। ਹੈਲੋ ਹੈਲੋ, ਕੌਣ ਬੋਲ ਰਹੇ ਜੀ?
ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵਿੰਦਰ ਬੋਲ ਰਹੀ ਹਾਂ ਜੀ, ਨਿਊ ਜਰਸੀ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਜੀ, ਸ਼ੋਅ 'ਚ ਸਵਾਗਤ ਹੈ ਤੁਹਾਡਾ। ਦੱਸੋ ਕੀ ਕਹਿਣਾ ਚਾਹੁੰਦੇ ਜੇ? ਥੈਂਕ ਯੂ ਜੀ, ਪਹਿਲੀ ਵਾਰੀ ਕਾਲ ਕਰ ਰਹੇ ਹਾਂ ਜੀ। ਤੁਹਾਡਾ ਸ਼ੋਅ ਤਾਂ ਵੈਸੇ ਆਲਮੋਸਟ ਐਵਰੀ ਡੇ ਦੇਖਦੇ ਹਾਂ, ਬਟ ਰਿਕਾਰਡਿੰਗ ਤੇ ਲਗਾਇਆ ਹੁੰਦਾ, ਬਟ ਅੱਜ ਸੋਚਿਆ ਕਿ ਚਲੋ ਅਸੀਂ ਵੀ ਕਾਲ ਕਰਕੇ ਕਰਦੇ ਰਹੋ ਜੀ ਕਾਲ, ਬਹੁਤ ਸਾਨੂੰ ਖੁਸ਼ੀ ਆ ਤੁਸੀਂ ਕਾਲ ਕਰੋਗੇ। ਕੀ ਕਹਿਣਾ ਚਾਹੁੰਦੇ ਜੇ? ਮੈਂ ਹੀ ਵਾਚ ਕਰ ਰਹੀ ਸੀ ਤੁਹਾਡਾ ਸ਼ੋਅ ਜਿਹੜਾ ਚੱਲ ਰਿਹਾ ਹੁਣ ਅਰੇਂਜ ਮੈਰਿਜ ਦੇ ਬਾਰੇ 'ਚ ਤੁਸੀਂ ਗੱਲ ਕਰ ਰਹੇ, ਡਿਸਕਸ਼ਨ ਲਵ ਮੈਰਿਜ। ਆਈ ਮੀਨ ਵੈਸੇ ਤੇ ਜੇ ਦੇਖਿਆ ਜਾਵੇ ਤੇ ਅੱਜ ਕੱਲ੍ਹ ਦਾ ਜੋ ਮਾਹੌਲ ਬੜਾ ਚੇਂਜ ਹੋ ਰਿਹਾ ਜੀ, ਸਾਰੇ ਲੋਕੀ ਕਹਿ ਲਓ ਕਿ ਵੈਸਟਰਨਾਈਜ਼ ਹੀ ਹੁੰਦੇ ਜਾ ਰਹੇ ਨੇ, ਬਟ ਜਿਹੜੇ ਆਪਣੇ ਪੁਰਾਣੇ ਬਜ਼ੁਰਗਾਂ ਨੇ ਚੀਜ਼ਾਂ ਬਣਾਈਆਂ, ਮੀਨਸ ਅਸੀਂ ਵੀ ਇੱਥੇ ਅਮਰੀਕਾ 'ਚ ਮੈਨੂੰ ਵੀ ਰਹਿੰਦੇ 25 ਸਾਲ ਹੋ ਗਏ, ਐਂਡ ਆਈ ਮੀਨ ਮੈਂ ਇੱਥੋਂ ਜਾ ਕੇ ਇੰਡੀਆ 'ਚ ਮੇਰੀ ਮੈਰਿਜ ਹੋਈ ਸੀ, ਮੈਂ ਤੇ ਮੇਰੇ ਹਸਬੈਂਡ ਦੋਨੇ ਇੱਥੋਂ ਗਏ ਸੀ ਜੀ। ਬਟ ਇਹ ਹੈ ਕਿ ਥੋੜਾ ਬਹੁਤ ਜੇ ਆਪਾਂ ਸਿਆਣਿਆਂ ਦੇ ਉਹਨਾਂ ਦੇ ਅਨੁਸਾਰ ਚੱਲਾਂਗੇ, ਮਤਲਬ ਕਿ ਉਹਨਾਂ ਨੂੰ ਵੀ ਬੜੀ ਖੁਸ਼ੀ ਹੁੰਦੀ ਆ, ਬਟ ਇਹ ਆ ਕਿ ਅਗੇਨ ਕਿ ਤੁਸੀਂ ਜਿੱਥੇ ਰਹਿੰਦੇ ਹੋ ਨਾ ਜੀ, ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਬੱਚੇ ਪਲਦੇ ਨੇ ਤੇ ਉਹਨਾਂ ਚੀਜ਼ਾਂ ਦਾ ਬੜਾ ਅਸਰ ਹੁੰਦਾ ਆ। ਤੇ ਮਤਲਬ ਕਿ ਨਾਟ ਬੜੀ ਕਿ ਹਰ ਕੋਈ ਬੰਦਾ ਇਸ ਚੀਜ਼ ਨੂੰ ਫਾਲੋ ਨਹੀਂ ਕਰਦਾ, ਬਟ ਜਿਹੜਾ ਲਿਵ ਇਨ ਰਿਲੇਸ਼ਨਸ਼ਿਪ ਦਾ ਇੰਡੀਆ ਦੇ ਵਿੱਚ ਤੁਸੀਂ ਦੱਸ ਰਹੇ ਸੀ ਕੱਲ ਵੀ, ਮੀਨ ਇਟਸ ਰੀਅਲੀ ਸੈਡ। ਆਈ ਮੀਨ ਆਈ ਡੋਂਟ ਥਿੰਕ ਇਟ ਸ਼ੁਡ ਬੀ, ਬਟ ਅਸੀਂ ਲੋਕੀ ਦੇਖੇ ਨੇ ਕਿ 4-4 5-5 ਸਾਲ ਆਪਸ ਦੇ ਵਿੱਚ ਇਕੱਠੇ ਘੁੰਮਦੇ ਰਹਿੰਦੇ ਨੇ, ਉਹ ਬਾਅਦ 'ਚ ਵਿਆਹ ਕਰਵਾ ਲੈਂਦੇ ਨੇ, ਡਿਵੋਰਸ ਹੋ ਜਾਂਦੇ ਨੇ। ਆਈ ਮੀਨ ਇਟਸ ਨਾਟ ਕਿ 100% ਕਿ ਇਹ ਵੀ ਚੀਜ਼ਾਂ ਚੱਲਦੀਆਂ ਨੇ। ਸੁਖਵਿੰਦਰ ਜੀ ਇਹ ਦੱਸੋ, ਤੁਸੀਂ ਆਪਣੀ ਸ਼ਾਦੀ, ਵੈਸੇ ਤਾਂ ਇੱਕ ਨਿੱਜੀ ਸਵਾਲ ਆ, ਆਪਣੀ ਮਰਜ਼ੀ ਨਾਲ ਕਰਾਈ ਸੀ ਜਾਂ ਤੁਹਾਡੀ ਅਰੇਂਜ ਮੈਰਿਜ ਸੀ? ਨਹੀਂ ਜੀ, ਮੇਰੀ ਅਰੇਂਜ ਮੈਰਿਜ ਹੈ ਜੀ। ਮੈਂ ਇੱਥੇ ਪੜ੍ਹੀ, ਅਮਰੀਕਾ 'ਚ ਪੜ੍ਹੀ ਹਾਂ ਜੀ। ਮੈਂ ਇੱਥੋਂ ਮੈਂ ਹਾਈ ਸਕੂਲ 'ਚ ਸੀ, ਕਾਲਜ ਮੈਂ ਇੱਥੇ ਕੀਤਾ ਤੇ ਮੇਰੇ ਪੇਰੈਂਟਸ ਨੇ ਅਰੇਂਜ ਕੀਤੀ ਸੀ ਮੇਰੀ ਮੈਰਿਜ। ਮੇਰੇ ਹਸਬੈਂਡ ਬਹੁਤ ਤੁਹਾਡੇ ਵਿਚਾਰ ਸੁਣ ਕੇ ਅੱਛਾ ਲੱਗਾ ਕਿ ਤੁਹਾਡੀ ਆਪਣੀ ਅਰੇਂਜ ਮੈਰਿਜ ਸੀ, ਪਰ ਤੁਸੀਂ ਹੁਣ ਇਹ ਫੀਲ ਕਰਦੇ ਜੇ ਕਿ ਜਿਹੜੇ ਮਾਹੌਲ ਦੇ ਵਿੱਚ ਬੰਦਾ ਇਨਸਾਨ ਰਹਿੰਦਾ ਵਾ, ਉੱਥੋਂ ਦਾ ਮਾਹੌਲ ਦਾ ਅਸਰ ਪਰਿਵਾਰਾਂ 'ਤੇ ਜ਼ਰੂਰ ਪੈ ਜਾਂਦਾ ਵਾ। ਔਰ ਇਹ ਬਿਲਕੁਲ ਠੀਕ ਕਿਹਾ ਤੁਸੀਂ ਕਿ ਲਿਵ ਇਨ ਰਿਲੇਸ਼ਨਸ਼ਿਪਸ ਜਿਹੜੀਆਂ ਅੱਜ ਕੱਲ੍ਹ ਵੱਧ ਰਹੀਆਂ ਨੇ, ਉਹ ਬਹੁਤ ਜ਼ਿਆਦਾ ਕਾਮਯਾਬ ਨਹੀਂ ਹੁੰਦੀਆਂ, ਕਿਉਂਕਿ ਲੋਕ 5-4 ਸਾਲ ਇਕੱਠੇ ਰਹਿਣ ਤੋਂ ਬਾਅਦ ਜਦੋਂ ਉਹ ਸ਼ਾਦੀ ਦੇ ਬੰਧਨ ਦੇ ਵਿੱਚ ਜੋ ਬੱਝਦੇ ਆ, ਉਸ ਤੋਂ ਬਾਅਦ ਉਹ ਬਹੁਤੀ ਦੇਰ ਇਕੱਠੇ ਨਹੀਂ ਰਹਿੰਦੇ, ਕਿਉਂਕਿ ਉਹਦੇ 'ਚ ਕਮਿਟਮੈਂਟ ਜਿਹੜੀ ਆ ਉਹ ਪਹਿਲਾਂ ਨਹੀਂ ਹੁੰਦੀ। ਜਦੋਂ ਕਮਿਟਮੈਂਟ ਹੁੰਦੀ ਆ ਉਸ ਤੋਂ ਬਾਅਦ ਕਈ ਲੋਕ ਜਿਹੜੇ ਆਪਸ ਦੇ ਵਿੱਚ ਉਹਨਾਂ ਦਾ ਰਹਿਣਾ ਮੁਸ਼ਕਿਲ ਹੋ ਜਾਂਦਾ। ਤੁਹਾਡੇ ਵਿਚਾਰ ਰੱਖਣ ਵਾਸਤੇ ਤੁਸੀਂ ਕਾਲ ਕੀਤੀ, ਬਹੁਤ ਬਹੁਤ ਧੰਨਵਾਦ। ਇੱਕ ਹੋਰ ਕਾਲਰ ਆ, ਮੈਂ ਉਹਨਾਂ ਦੀ ਗੱਲ ਸੁਣਦਾ। ਹੈਲੋ ਹਾਂਜੀ, ਕੌਣ ਬੋਲ ਰਹੇ ਤੁਸੀਂ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬਲਜੀਤ ਸਿੰਘ ਹੁੰਦਲ ਬੋਲ ਰਿਹਾ ਜੀ, ਪੈਂਸਿਲਵੇਨੀਆ ਤੋਂ। ਸਤਿ ਸ਼੍ਰੀ ਅਕਾਲ ਜੀ ਬਲਜੀਤ ਸਿੰਘ ਜੀ, ਸ਼ੋਅ ਦੇ ਵਿੱਚ ਸਵਾਗਤ ਹੈ। ਦੱਸੋ ਕੀ ਕਹਿਣਾ ਚਾਹੁੰਦੇ ਜੇ? ਹਾਂਜੀ ਸਰ, ਪਹਿਲੀ ਗੱਲ ਤਾਂ ਇਹ ਕਹੂੰਗਾ ਕਿ ਆਪਣੇ ਬਹੁਤੇ ਬੰਦੇ ਮਤਲਬ ਕਿਉਂਕਿ ਡਾਈਵੋਰਸ ਰੇਟ ਵੱਧ ਰਿਹਾ ਰੀਸੈਂਟਲੀ, ਹੈ ਨਾ, ਤੇ ਉਸ ਚੀਜ਼ ਨੂੰ ਲਵ ਮੈਰਿਜ ਨਾਲ ਕਨਫਿਊਜ਼ ਕਰਦੇ ਨੇ ਹਮੇਸ਼ਾ ਜੀ। ਉਹਦਾ ਮੈਂ ਬਹੁਤਾ ਸਹਿਮਤ ਨਹੀਂ ਹੁੰਦਾ, ਕਿਉਂਕਿ ਰੀਜ਼ਨ ਇਹ ਆ ਵੀ ਹੁਣ ਆਪਸ਼ਨ ਹੈਗੀ ਆ ਵੀ ਤੁਸੀਂ ਅਗਰ ਮਤਲਬ ਇਫ ਇਟਸ ਨਾਟ ਵਰਕਿੰਗ ਆਊਟ ਦੈਨ ਯੂ ਕੈਨ ਗੈਟ ਡਿਵੋਰਸ, ਰਾਈਟ। ਜੇ ਤੁਸੀਂ 20-25 ਸਾਲ ਪਿੱਛੇ ਤੁਰ ਜਾਓ ਤੇ ਉਦੋਂ ਐ ਹੁੰਦਾ ਸੀਗਾ ਵੀ ਬਸ ਫਿਰ ਜਿੱਥੇ ਵਿਆਹੇ ਗਏ ਬਸ ਵਿਆਹੇ ਗਏ, ਭਾਵੇਂ ਸਾਰੀ ਉਮਰ ਲੜੋ ਝਗੜੋ ਜੋ ਮਰਜ਼ੀ ਹੋਵੇ, ਰਹਿਣਾ ਇਕੱਠੇ ਹੀ ਆ, ਠੀਕ ਹੈ ਕਿ ਨਹੀਂ। ਤੇ ਹੁਣ ਉਹ ਇਹ ਆ ਵੀ ਹੁਣ ਕਹਿੰਦੇ ਏਦਾਂ ਨੇ ਵੀ ਕਿਉਂਕਿ ਲਵ ਮੈਰਿਜ ਹੋਣ ਡੇ ਪਈਆਂ ਤਾਂ ਕਰਕੇ ਇਹ ਕਾਮਯਾਬ ਨਹੀਂ ਹੈਗੀਆਂ, ਡਿਵੋਰਸ ਰੇਟ ਨੇ, ਤੇ ਇਹ ਮੇਰੇ ਹਿਸਾਬ ਨਾਲ ਕਨਫਿਊਜ਼ ਨਹੀਂ ਕਰਨਾ ਚਾਹੀਦਾ। ਇੱਕ ਵਨ ਪੁਆਇੰਟ ਆ ਨਾ। ਨੈਕਸਟ ਪੁਆਇੰਟ ਆ ਕਿ ਜਿਹੜਾ ਹੁਣ ਇੱਕ ਲਿਵ ਇਨ ਰਿਲੇਸ਼ਨਸ਼ਿਪ ਹੈ ਤੇ ਲਵ ਮੈਰਿਜ ਹੈ ਜੀ, ਕਿਉਂਕਿ ਲਿਵ ਇਨ ਰਿਲੇਸ਼ਨਸ਼ਿਪ ਆਪਣੇ ਹੁਣ ਇਸ ਟਾਈਮ ਇੰਡੀਆ 'ਚ ਤੇ ਨਹੀਂ ਬਹੁਤਾ ਜੀ, ਤੇ ਇੱਥੇ ਹੈਗਾ। ਤੇ ਮੇਰੇ ਹਿਸਾਬ ਨਾਲ ਜਿਹੜਾ ਇੰਡੀਆ ਦੀ ਲਵ ਮੈਰਿਜ ਆ ਨਾ, ਉਹ ਵੀ ਲਿਵ ਇਨ ਰਿਲੇਸ਼ਨਸ਼ਿਪ ਹੀ ਆ। ਓਕੇ, ਉਹ ਰੀਜ਼ਨ ਏਦਾਂ ਵਾ ਵੀ ਉੱਥੇ ਸਾਰੀ ਦਿਹਾੜੀ ਇਕੱਠੇ ਰਹਿਣਾ ਜੀ, ਕੰਮ ਇਕੱਠੇ ਕਰਦੇ ਜਾਂਦੇ, ਜੌਬਸ ਇਕੱਠੀਆਂ ਹੁੰਦੀਆਂ ਨੇ, ਇਕੱਠੇ ਕੋਈ ਕਾਫੀ ਪੀਣੇ ਜਾਂਦੇ, ਡਿਨਰ ਵੀ ਇਕੱਠੇ, ਸਾਰਾ ਕੁਛ ਨਾ। ਤੇ ਹੁੰਦਾ ਇਹ ਆ ਵੀ ਮੁੰਡਾ ਵੀ ਆਪਣੇ ਪੇਰੈਂਟਸ ਨਾਲ ਰਹਿੰਦਾ ਹੁੰਦਾ ਤੇ ਕੁੜੀ ਵੀ ਆਪਣੇ ਪੇਰੈਂਟਸ ਨਾਲ ਰਹਿੰਦੀ ਹੁੰਦੀ ਆ ਜੀ। ਉੱਥੇ ਅਜੇ ਸਿਸਟਮ ਤੇ ਹੈ ਨਹੀਂ ਵੀ 18 ਸਾਲ ਦੇ ਹੋਏ ਤੇ ਆਪੋ ਆਪਣੇ ਘਰ ਛੱਡ ਕੇ ਪਰਾਂ ਹੋ ਗਏ ਜੀ ਜੀ। ਇੱਥੇ ਉਹ ਹੈਗਾ ਵਾ ਵੀ ਜਦੋਂ 18-20 ਸਾਲ ਦਾ ਹੋਏ ਤੁਸੀਂ ਅਡਲਟ ਹੋ ਗਏ ਤੇ ਆਪਣਾ ਛੱਡ ਕੇ ਪਰਾਂ ਹੋ ਗਏ, ਮੁੜ ਕੇ ਅਗਲਾ ਕਹਿੰਦਾ ਵੀ ਮੈਂ ਵੱਖਰਾ ਰਹਿਣ ਡਿਆ, ਵੀ ਤੂੰ ਵੱਖਰੀ ਰਹਿਣ ਡਈ, ਵੀ ਕਿਉਂ ਨਾ ਇਕੱਠੇ ਰਹਿ ਲਈਏ ਜੀ ਜੀ ਜੀ। ਵੀ ਜੇ ਸਾਰੀ ਦਿਹਾੜੀ ਤੇ ਇਕੱਠੇ ਰਹਿਣਾ, ਠੀਕ ਹੈ ਕਿ ਨਹੀਂ। ਹੁਣ ਆਪਾਂ ਇਸ ਚੀਜ਼ ਬਲਜੀਤ ਜੀ ਇਹ ਦੱਸੋ ਕਿ ਆਪਣੀ ਜਿਹੜੀ ਪੰਜਾਬੀ ਆ, ਜਿਹੜੇ ਇੰਡੀਅਨ ਜਨਰੇਸ਼ਨ ਹੈ ਪੁਰਾਣੀ ਜਿਹੜੀ ਆ, ਉਹ ਕਿਸ ਹੱਦ ਤੱਕ ਲਿਵ ਇਨ ਰਿਲੇਸ਼ਨਸ਼ਿਪਸ ਨੂੰ ਐਕਸੈਪਟ ਕਰ ਰਹੀ ਆ? ਮੈਂ ਤੁਹਾਨੂੰ ਉਹੀ ਤਾਂ ਸਰ ਦੱਸ ਰਿਹਾ ਕਿ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰ ਰਹੇ, ਪਰ ਤੁਹਾਨੂੰ ਮੈਂ ਕਹਿ ਰਿਹਾ ਵੀ ਇੱਥੇ ਹੁਣ ਜੇ ਤੁਸੀਂ ਵੇਖੋ ਵੀ ਜੇ ਹੁਣ ਤੁਸੀਂ ਮੰਨ ਲਓ ਵੀ ਜਿੰਨੇ ਵੀ ਇੱਥੇ ਅਡਲਟਸ ਹੈਗੇ ਨੇ ਯੂਜ਼ਲੀ ਆਪਣੇ ਫੈਮਲੀਜ਼ ਨਾਲ ਨਹੀਂ ਰਹਿ ਰਹੇ ਹੋ ਜੀ, ਮਤਲਬ ਉਹ ਅੱਡ ਰਹਿੰਦੇ ਨੇ, ਹਨਾ। ਤੇ ਉਸ ਤੋਂ ਬਾਅਦ ਜੇ ਤੁਸੀਂ ਉਹਨਾਂ ਨੂੰ ਇਹ ਕਹੋ ਵੀ ਉਹ ਆਪਣੇ ਘਰਦਿਆਂ ਨੂੰ ਮਰਜ਼ੀ ਨਾਲ ਵੀ ਤੁਸੀਂ ਅੱਜ ਕਹੋ ਵੀ ਸਵੇਰੇ ਵਿਆਹ ਕਰ ਲੈਣਗੇ ਜੀ,
ਹੁਣ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਵੀ ਜਿਹੜਾ ਇੱਥੇ ਮੁੜ ਕੇ ਤੁਸੀਂ ਕਿਸੇ ਵੀ ਕੋਰਟ ਦਾ ਡਿਵੋਰਸ ਵਰਡਿਕਟ ਵੇਖ ਲਿਓ, ਰਾਈਟ, ਸੌਫਟ ਕਾਰਨਰ ਹਮੇਸ਼ਾ ਵਿਮਨ ਦਾ ਆ, ਰਾਈਟ, ਤੇ ਉਹਦੇ ਵਿੱਚ ਮੁੜ ਕੇ ਸਾਰੀ ਉਮਰ ਦੀ ਐਲੀਮਨੀ ਦੇਣੀ ਆ ਉਹਨੂੰ। ਰਾਈਟ, ਰਾਈਟ, ਠੀਕ ਹੈ। ਪਰ ਅੱਜ ਕੱਲ੍ਹ ਜਿਹੜੀਆਂ ਆ ਅਰੇਂਜਮੈਂਟਸ ਹੋ ਗਈਆਂ, ਪ੍ਰੀ ਨੁਪਸ਼ਲ ਅਰੇਂਜਮੈਂਟ ਜਾਂ ਪ੍ਰੀ ਮੈਰਿਟਲ ਅਰੇਂਜਮੈਂਟ, ਪ੍ਰੀ ਕੋਹੈਬਿਟੇਸ਼ਨ ਅਰੇਂਜਮੈਂਟ, ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪਿਆ ਕਿ ਜਿਹੜੀ ਅਰੇਂਜਮੈਂਟ ਆ ਉਹਦੇ ਮੁਕਾਬਲੇ ਉਹਦੇ ਹਿਸਾਬ ਦੇ ਨਾਲ ਹੀ ਐਲੀਮਨੀ ਮਿਲਦੀ ਹੈ? ਸਰ ਉਹ ਤਾਂ ਹੈ, ਮੈਂ ਤੁਹਾਡੀ ਗੱਲ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ, ਬਟ ਅਗਰ ਤੁਸੀਂ ਕਿੰਨੇ ਵੀ ਵਰਡਿਕਟ ਚੁੱਕ ਕੇ ਦੇਖ ਲਓ, ਸੌਫਟ ਕਾਰਨਰ ਹਮੇਸ਼ਾ ਵਿਮਨ ਦਾ। ਰਾਈਟ। ਕੋਈ ਵੀ ਤੁਸੀਂ ਕੋਰਟ ਦਾ ਕੋਈ ਵੀ ਵਰਡਿਕਟ ਚੁੱਕ ਕੇ ਵੇਖ ਲਓ, ਤੇ ਉਹ ਅਗਲਾ ਉਹ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਉਹ ਪਹਿਲਾਂ ਇਹ ਕਹਿੰਦਾ ਵੀ ਪਹਿਲਾਂ 3-4 ਸਾਲ ਵੇਖ ਤਾਂ ਲਓ। ਮੈਂ ਇਹ ਨਹੀਂ ਕਹਿੰਦਾ ਵੀ ਲਿਵ ਇਨ ਰਿਲੇਸ਼ਨਸ਼ਿਪ ਮੈਂ ਉਹਦੇ ਹੱਕ 'ਚ ਨਹੀਂ ਹੈਗਾ, ਮੈਂ ਬਿਲਕੁਲ ਨਹੀਂ ਹੱਕ 'ਚ ਹੈਗਾ, ਬਟ ਮੈਂ ਇਹ ਗੱਲ ਕਹਿ ਰਿਹਾ ਕਿ ਅਗਰ ਤੁਸੀਂ ਅੱਡ ਰਹਿ ਰਹੇ ਹੋ ਨਾ, ਪੇਰੈਂਟਸ ਨਾਲ ਨਹੀਂ ਰਹਿ ਰਹੇ, ਕੁੜੀ ਆਪਣੇ ਪੇਰੈਂਟਸ ਨਾਲ ਨਹੀਂ ਰਹਿ ਰਹੀ ਹੈਗੀ, ਤੇ ਸਾਰਾ ਦਿਨ ਇਕੱਠੇ ਰਹਿੰਦੇ ਆ, ਰਾਤ ਨੂੰ ਜਾ ਕੇ ਆਪਣੇ ਤੁਸੀਂ ਅੱਡ ਰਹਿੰਦੇ ਹੋ, ਠੀਕ ਆ, ਤੇ ਰਾਈਟ। ਬਿਲਕੁਲ ਬਲਜੀਤ ਜੀ, ਤੁਹਾਡਾ ਕਨਸੈਪਟ ਬਿਲਕੁਲ ਕਲੀਅਰ ਹੈ, ਮੈਂ ਸਮਝ ਗਿਆ ਤੁਹਾਡੀ ਗੱਲ। ਬਾਕੀ ਤੁਸੀਂ ਇਹ ਗੱਲ ਕੀਤੀ ਕਿ ਚਲਦੀ ਆਦਮੀਆਂ ਦੀ ਚਲਦੀ ਆ, ਪਰ ਜਦੋਂ ਕੋਰਟ ਦੇ ਵਿੱਚ ਕੇਸ ਜਾਂਦਾ ਉੱਥੇ ਸੌਫਟ ਕਾਰਨਰ ਔਰਤਾਂ ਵਾਸਤੇ ਹੋ ਜਾਂਦਾ। ਸ਼ਾਇਦ ਇਸ ਕਰਕੇ ਆ ਕਿ ਅਸੀਂ ਮਰਦਾਂ ਨੇ ਔਰਤਾਂ ਨੂੰ ਬਹੁਤ ਸਾਲ ਸਦੀਆਂ ਦਬਾ ਕੇ ਰੱਖਿਆ, ਸੋ ਇਸ ਕਰਕੇ ਹੁਣ ਉਹ ਉੱਭਰ ਰਹੇ ਆ ਔਰ ਕੋਰਟਸ ਜਿਹੜੇ ਆ ਉਹਨਾਂ ਵਾਸਤੇ ਸੌਫਟ ਕਾਰਨਰ ਆ। ਖੈਰ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਰੱਖੇ। ਇੱਕ ਹੋਰ ਕਾਲਰ ਆ, ਉਹਨਾਂ ਦੀ ਗੱਲ ਸੁਣਦੇ ਆ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਰਣਜੀਤ ਬੋਲ ਰਹੀ ਹਾਂ ਕੈਲੀਫੋਰਨੀਆ ਤੋਂ। ਹਾਂਜੀ ਰਣਜੀਤ ਜੀ, ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ। ਦੱਸੋ ਕੀ ਕਹਿਣਾ ਚਾਹੁੰਦੇ ਜੇ? ਹਾਂਜੀ, ਮੈਂ ਫਸਟ ਟਾਈਮ ਕਾਲ ਕਰ ਰਹੀ ਹਾਂ ਜੀ, ਵੈਸੇ ਐਵਰੀਡੇ ਵਾਚ ਕਰਦੇ ਹਾਂ ਤੁਹਾਡਾ ਪ੍ਰੋਗਰਾਮ। ਨਹੀਂ, ਪਰ ਕਾਲ ਵੀ ਕਰਦੇ ਰਿਹਾ ਕਰੋ। ਹਾਂਜੀ, ਅੱਜ ਫਸਟ ਟਾਈਮ ਟਰਾਈ ਕੀਤੀ ਹੈ ਜੀ, ਬਹੁਤ ਚੰਗਾ ਲੱਗਿਆ। ਤੁਸੀਂ ਕੈਲੀਫੋਰਨੀਆ 'ਚ ਰਹਿ ਰਹੇ ਜੇ? ਹਾਂਜੀ, ਕੈਲੀਫੋਰਨੀਆ ਤੋਂ ਰਹਿ ਰਹੇ ਹਾਂ ਜੀ। ਪਿੱਛੋਂ ਅਸੀਂ ਮੋਹਾਲੀ ਤੋਂ ਪੇਰੈਂਟਸ ਨੇ ਤੇ ਮੇਰੇ ਇਨ-ਲॉज ਚੰਡੀਗੜ੍ਹੋਂ ਨੇ। ਵੈਰੀ ਨਾਈਸ। ਤੁਸੀਂ ਤਾਂ ਸਾਡੇ ਸ਼ਹਿਰ ਦੇ ਹੀ ਜੇ। ਤੇ ਕੈਲੀਫੋਰਨੀਆ 'ਚ, ਕਿਉਂਕਿ ਕੈਲੀਫੋਰਨੀਆ ਬਹੁਤ ਵੱਡੀ ਸਟੇਟ ਹੈ, ਕਿਹੜੇ ਏਰੀਆ 'ਚ ਰਹਿ ਰਹੇ ਤੁਸੀਂ? ਅਸੀਂ ਰਿਵਰ ਸਾਈਡ ਮੋਰਿਨੋ ਵੈਲੀ ਰਹਿ ਰਹੇ ਹਾਂ ਜੀ। ਰਿਵਰ ਸਾਈਡ? ਇਹ ਵਾਕਈ ਰਿਵਰ ਦੇ ਉੱਪਰ ਹੈ ਸ਼ਹਿਰ? ਨਹੀਂ ਜੀ ਨਹੀਂ, ਸਿਟੀ ਦਾ ਨਾਮ ਹੀ ਰਿਵਰ ਸਾਈਡ ਹੈ। ਹਾਂਜੀ ਹਾਂਜੀ, ਦੱਸੋ ਰਣਜੀਤ ਜੀ, ਕੀ ਵਿਚਾਰ ਰੱਖਣਾ ਚਾਹੁੰਦੇ ਤੁਸੀਂ? ਹਾਂਜੀ, ਮੈਂ ਇਹ ਵਿਚਾਰ ਰੱਖਣਾ ਚਾਹੁੰਦੀ ਹਾਂ ਜੀ ਕਿ ਸਾਡੀ ਮੈਰਿਜ 18 ਇਅਰਸ ਬਿਫੋਰ ਹੋਈ ਸੀਗੀ, ਤੇ ਪਰ ਸਾਡੀ ਅਰੇਂਜ ਮੈਰਿਜ ਹੋਈ ਸੀ। ਅੱਛਾ ਜੀ। ਤੇ ਹੁਣ ਮੇਰੇ ਬੇਟੇ ਦੋਨੋਂ ਯੂਨੀਵਰਸਿਟੀਜ਼ 'ਚ ਪੜ੍ਹਦੇ ਨੇ, ਪਰ ਹੁਣ ਅਸੀਂ ਅਗਰੀ ਕਰਦੇ ਹਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਆ, ਅਗਰ ਉਹ ਆਪਣੀ ਪਸੰਦ ਦੀ ਮੈਰਿਜ ਕਰਦੇ ਆ ਨਾ, ਅਸੀਂ ਉਹਦੇ ਨਾਲ ਜ਼ਿਆਦਾ ਅਗਰੀ ਕਰਦੇ ਹਾਂ। ਤੁਹਾਡਾ ਮਤਲਬ ਹੈ ਵੀ ਹੌਲੀ ਹੌਲੀ ਜਿਵੇਂ ਜਿਵੇਂ ਸਮਾਜ ਬਦਲ ਰਿਹਾ ਵਾ, ਉਹਦੇ 'ਚ ਫਿਰ ਅਰੇਂਜ ਮੈਰਿਜ ਦਾ ਕਨਸੈਪਟ ਹੁਣ ਘਟ ਰਿਹਾ ਵਾ, ਔਰ ਹੁਣ ਪਿਆਰ ਦੀਆਂ ਜਿਹੜੀਆਂ ਮੈਰਿਜਸ ਆ, ਪਿਆਰ ਵਿਆਹ ਜਾਂ ਲਵ ਮੈਰਿਜਸ ਆ, ਉਹ ਹੁਣ ਜ਼ਿਆਦਾ ਪ੍ਰਫੁੱਲਤ ਨੇ। ਨਹੀਂ, ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਜੀ ਕਿ ਬੱਚੇ ਜਦੋਂ ਪੜ੍ਹ ਲਿਖ ਜਾਂਦੇ ਹੈਗੇ ਨਾ, ਤਾਂ ਉਹਨਾਂ ਦਾ ਮੈਂਟਲ ਲੈਵਲ ਮੈਚ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਜੀ। ਤੇ ਇਹ ਹੈਗਾ ਕਿ ਜਦੋਂ ਪੇਰੈਂਟਸ ਅਸੀਂ ਆਪਣੇ ਲੈਵਲ ਤੇ ਜੇ ਇਸ ਚੀਜ਼ ਨੂੰ ਦੇਖਦੇ ਹੈਗੇ ਆ, ਤਾਂ ਉਹ ਚੀਜ਼ ਫਿਰ ਅਗਰ ਬੱਚੇ ਦਾ ਜਦੋਂ ਮੈਂਟਲ ਲੈਵਲ ਦੇ ਨਾਲ ਮੈਚ ਨਹੀਂ ਕਰਦੀ, ਬੱਚਿਆਂ ਦੇ ਆਪਸ ਵਿੱਚ ਵਿਚਾਰ, ਤਾਂ ਉਹਨਾਂ ਦਾ ਜਿਹੜਾ ਸਟਾਈਲ ਹੈਗਾ, ਲਾਈਫ ਸਟਾਈਲ, ਤਾਂ ਉਹਦੇ ਨਾਲ ਫਿਰ ਬਹੁਤ ਸਾਰੀਆਂ ਪ੍ਰੋਬਲਮਸ ਆ ਸਕਦੀਆਂ। ਇਸ ਲਈ ਅਸੀਂ ਇਸ ਚੀਜ਼ ਨਾਲ ਜ਼ਿਆਦਾ ਐਗਰੀ ਕਰਦੇ ਹਾਂ ਕਿ ਬੱਚਿਆਂ ਦੀ ਆਪਣੀ ਮਰਜ਼ੀ ਨਾਲ ਜੇ ਹੋਵੇ ਤਾਂ ਬਹੁਤ ਚੰਗਾ ਹੋਵੇ। ਬਿਲਕੁਲ ਜੀ, ਬਹੁਤ ਤੁਹਾਡੇ ਚੰਗੇ ਵਿਚਾਰ ਨੇ। ਬੱਚਿਆਂ ਦੀ ਮਰਜ਼ੀ ਹੋਣੀ ਚਾਹੀਦੀ ਆ, ਪਰ ਇੱਕ ਕਨਸੈਪਟ ਹੁੰਦਾ ਸੀ ਪੁਰਾਣਾ ਵੀ ਮੈਰਿਜਸ ਆਰ ਮੇਡ ਇਨ ਹੈਵਨ। ਸੋ ਤੁਹਾਨੂੰ ਕੀ ਲੱਗਦਾ ਕਿ ਉਹ ਹਾਲੇ ਵੀ ਕਨਸੈਪਟ ਠੀਕ ਆ ਗਿਆ? ਹੁਣ ਮੈਰਿਜਸ ਆਰ ਐਕਚੁਅਲੀ ਮੇਡ ਇਨ ਦੀ ਯੂਨੀਵਰਸਿਟੀਜ਼ ਨਾਓ। ਤੇ ਮੈਨੂੰ ਇਹ ਲੱਗਦਾ, ਦੂਜੀ ਗੱਲ ਜਿਹੜੀ ਇਹ ਕਹਿੰਦੇ ਹੈਗੇ ਨਾ ਲਿਵਿੰਗ ਰਿਲੇਸ਼ਨਸ਼ਿਪ ਬਾਰੇ, ਮੈਂ ਕਹਿਣਾ ਚਾਹਾਂਗੀ ਕਿ ਉਹ ਜਿਵੇਂ ਮੈਂ ਇੱਕ ਵਾਰੀ ਪੜ੍ਹਿਆ ਸੀਗਾ ਕਿ ਜਿਵੇਂ ਹੀਰ ਰਾਂਝਾ ਮਿਰਜ਼ਾ ਸਾਹਿਬਾਂ ਦੇ ਜਿਹੜੇ ਕਿੱਸੇ ਸੀਗੇ ਨਾ, ਸਾਨੂੰ ਫਸਟ ਈਅਰ 'ਚ ਸਾਨੂੰ ਲਿਟਰੇਚਰ ਵੀ ਸੀਗੀ ਬੁੱਕ ਇਹਦੇ ਬਾਰੇ, ਤੇ ਉਹਦੇ ਵਿੱਚ ਇਹ ਸੀਗਾ ਕਿ ਮੈਂ ਪੜ੍ਹਿਆ ਸੀਗਾ ਕਿ ਉਹ ਪਿਆਰ ਨਹੀਂ ਸੀਗਾ, ਕੋਈ ਅਸਲੀ ਪਿਆਰ ਨਹੀਂ। ਪਿਆਰ ਉਹ ਹੁੰਦਾ ਜਿਹੜਾ ਹਸਬੈਂਡ ਵਾਈਫ ਦੋਨੋਂ ਮਿਲ ਕੇ ਲਾਈਫ ਦੇ ਸਾਰੇ ਚੈਲੰਜ ਫੇਸ ਕਰਦੇ ਆ ਨਾ। ਰਾਈਟ। ਤੇ ਉਹ ਚੈਲੰਜ ਜਿਹੜੇ ਸਾਨੂੰ ਆਉਂਦੇ ਨਾ ਆਫਟਰ ਮੈਰਿਜ, ਉਹ ਜਦੋਂ ਅਸੀਂ ਫੇਸ ਕਰਦੇ ਆ, ਕਈਆਂ ਨੂੰ ਹੁਣ 30 ਸਾਲ ਹੋ ਗਏ, 20 ਸਾਲ ਹੋ ਗਏ, ਇਕੱਠੇ ਉਹ ਫੇਸ ਕਰ ਰਹੇ ਆ, ਉਹਨਾਂ ਨੇ ਬਿਲਕੁਲ ਉਹਨਾਂ ਦੇ ਕਦਮ ਡਗਮਗਾਏ ਨਹੀਂ ਹੈਗੇ, ਉਹ ਉਹਨਾਂ ਦਾ ਮੰਜ਼ਿਲ ਵੱਲ ਹੀ ਹਮੇਸ਼ਾ ਧਿਆਨ ਰਿਹਾ, ਤੇ ਬਿਲਕੁਲ ਵੀ ਉਹਨਾਂ ਨੂੰ ਇਹ ਨਹੀਂ ਹੋਇਆ ਕਿ ਇਹ ਜਿਹੜਾ ਹੈਗਾ ਮੈਂ ਇਹਨੂੰ ਛੱਡ ਕੇ ਚਲੀ ਜਾਵਾਂ, ਇਸ ਕੰਡੀਸ਼ਨ 'ਚ ਹੈਗਾ, ਜਾਂ ਉਹ ਵਾਈਫ ਉਹਨੂੰ ਛੱਡ ਕੇ ਚਲੀ ਜਾਏ, ਹਸਬੈਂਡ ਉਹਨੂੰ ਛੱਡ ਕੇ ਚਲਾ ਜਾਏ। ਉਸ ਨੂੰ ਕਹਿੰਦੇ ਆ ਪਿਆਰ, ਉਹ ਹੁੰਦਾ ਰੀਅਲ ਪਿਆਰ। ਬਿਲਕੁਲ ਜੀ ਰਣਜੀਤ ਜੀ, ਤੁਹਾਡੇ ਵਿਚਾਰ ਮੈਂ ਬਿਲਕੁਲ ਕਲੀਅਰ, ਮੈਂ ਸਮਝ ਗਿਆ ਵਾਂ। ਤੁਹਾਡਾ ਮਤਲਬ ਹੈ ਵੀ ਪਹਿਲੋਂ ਜਿਹੜੀ ਚੀਜ਼ ਨੂੰ ਆਪਾਂ ਇਨਫੈਚੁਏਸ਼ਨ ਕਹਿ ਸਕਦੇ ਹਾਂ, ਉਹ ਬਾਅਦ ਦੇ ਵਿੱਚ ਪਿਆਰ 'ਚ ਕਨਵਰਟ ਹੁੰਦੀ ਆ, ਜਿਸ ਵੇਲੇ ਇੱਕ ਹਸਬੈਂਡ ਵਾਈਫ ਦੀ ਕਮਿਟਮੈਂਟ ਇਕੱਠੇ ਰਹਿਣ ਦੀ ਔਰ ਆਪਣੇ ਪਰਿਵਾਰ ਨੂੰ ਚਲਾਉਣ ਦੀ ਹੁੰਦੀ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕੀਤਾ। ਇਸੇ ਤਰ੍ਹਾਂ ਹੀ ਕਾਲ ਕਰਦੇ ਰਹੋ। ਇੱਕ ਹੋਰ ਸਾਡੇ ਨਾਲ ਸੱਜਣ ਜੁੜੇ ਨੇ, ਆਓ ਉਹਨਾਂ ਦੀ ਗੱਲ ਸੁਣਦੇ ਹਾਂ। ਹੈਲੋ। ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਅਰਜ਼ ਕਰ ਰਹੇ ਜੇ? ਮੈਂ ਮਹਿੰਦਰ ਸਿੰਘ ਬੋਲ ਰਿਹਾ ਸ਼ਿਕਾਗੋ ਤੋਂ।
ਮਹਿੰਦਰ ਸਿੰਘ ਜੀ ਸਵਾਗਤ ਹੈ ਸ਼ੋਅ ਦੇ ਵਿੱਚ। ਦੱਸੋ ਕੀ ਕਹਿਣਾ ਚਾਹੁੰਦੇ ਜੇ? ਮੈਂ ਨਾ ਅਰੇਂਜ ਨੂੰ ਚੰਗੀ ਉਹਦੇ ਬਰਖਲਾਫ ਆ, ਨਾ ਲਿਵ ਇਨ ਦੇ ਬਰਖਲਾਫ ਆ। ਅੱਛਾ, ਮੈਂ ਤਾਂ ਇੰਨਾ ਕਹਿਣਾ ਚਾਹੁੰਦਾ, ਜੇ ਫਰਜ਼ ਕਰੋ ਕੋਈ ਗੜਬੜ ਹੋ ਜਾਂਦੀ ਆ ਜੀ, ਤੇ ਇੱਥੇ ਅਮਰੀਕਾ ਦੇ ਮੁਤਾਬਕ ਜਿਹੜੀ ਲੇਡੀਜ਼ ਆ ਉਹਨਾਂ ਦੀ ਵੈਲਿਊ ਨਹੀਂ ਘਟਦੀ। ਅੱਛਾ, ਤੇ ਇੰਡੀਆ ਦੇ ਵਿੱਚ ਜੇ ਕੋਈ ਅਰੇਂਜ ਮੈਰਿਜ ਜਾਂ ਦੂਜੀ ਚ ਕੋਈ ਗੜਬੜ ਹੋ ਜਾਂਦੀ ਆ ਤੇ ਲੇਡੀਜ਼ ਦੀ ਵੈਲਿਊ ਘਟ ਜਾਂਦੀ ਆ। ਰਾਈਟ। ਉਹ ਫਿਰ ਸਮਾਜ ਫਰਕ ਹੈ ਨਾ ਜੀ। ਇੱਥੇ ਹਾਲੀ ਸਮਾਜ ਜਿਹੜਾ ਹਾਲੀ ਡਿਵੈਲਪ ਹੋ ਰਿਹਾ, ਤੁਸੀਂ ਇੱਕ ਡਿਵੈਲਪਡ ਸਮਾਜ ਦੇ ਵਿੱਚ ਰਹਿ ਰਹੇ ਜੇ। ਮਹਿੰਦਰ ਸਿੰਘ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਅਮਰੀਕਾ ਗਿਆ ਨੂੰ? ਮੈਂ 1976 ਤੇ ਆਪਣੇ ਪੰਜਾਬ ਨੂੰ, ਇੰਡੀਆ ਨੂੰ ਮਿਸ ਕਰਦੇ ਕਿ ਹੁਣ ਉੱਥੇ ਜੀ ਲੱਗ ਗਿਆ? ਦੇਖੋ ਜੀ, ਪਹਿਲਾਂ ਦਿਨ ਲੱਗਦਾ ਸੀ, ਹੁਣ ਸਾਡੀ ਤਕਰੀਬਨ ਸਾਰੀ ਫੈਮਿਲੀ ਇੱਥੇ ਆ ਗਈ ਆ। ਹਾਂ, ਤੇ ਫਿਰ ਤੇ ਤੁਸੀਂ ਉੱਥੇ ਹੀ ਪੰਜਾਬ ਬਣਾ ਲਿਆ ਹੁਣ। ਹਾਂਜੀ, ਸਾਡੇ ਭੈਣ ਭਰਾ ਸਾਰੇ ਇੱਥੇ ਆ ਗਏ ਆ। ਮਹਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਅੱਜ ਜੁੜੇ, ਸਾਨੂੰ ਆਪਣੇ ਵਿਚਾਰ ਤੁਸੀਂ ਦੱਸੇ। ਇੱਕ ਹੋਰ ਕਾਲਰ ਨੇ, ਉਹ ਸੁਣਦੇ ਆ ਉਹ ਕੀ ਕਹਿੰਦੇ ਨੇ। ਹੈਲੋ ਹਾਂਜੀ, ਕੌਣ ਬੋਲ ਰਹੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹਰਮਨ ਬੋਲਦਾ ਫ੍ਰੈਜ਼ਨੋ ਕੈਲੀਫੋਰਨੀਆ ਤੋਂ। ਹਰਮਨ ਫ੍ਰੈਜ਼ਨੋ ਕੈਲੀਫੋਰਨੀਆ ਤੋਂ। ਹਾਂਜੀ ਹਰਮਨ ਜੀ ਸਵਾਗਤ ਹੈ ਸ਼ੋਅ ਦੇ ਵਿੱਚ। ਦੱਸੋ ਕੀ ਕਹਿਣਾ ਚਾਹੁੰਦੇ ਜੇ? ਹਾਂਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਮੈਂ ਆਪਣਾ ਇੱਥੇ ਹਾਈ ਸਕੂਲ ਵੀ ਗਿਆ, ਕਾਲਜ ਵੀ ਗਿਆ, ਯੂਨੀਵਰਸਿਟੀ ਵੀ ਗਿਆ ਜੀ। ਤੇ ਮੈਂ ਜਿਹੜਾ ਜਾਨੀ ਕੁਝ ਲੋਕਾਂ ਦਾ ਆਪਦੀ ਸੋਚਣੀ ਆ ਬੰਦੇ ਦੀ, ਮੈਂ ਡਿਸਐਗਰੀ ਕਰਦਾ ਜਿਹੜੀ ਲਿਵਿੰਗ ਰਿਲੇਸ਼ਨਸ਼ਿਪ ਆ। ਹਾਂ, ਪਹਿਲੀ ਗੱਲ ਤਾਂ ਵੀ ਉਹ ਜਿਹੜੇ ਆਪਾਂ ਇੰਡੀਆ ਤੋਂ ਲੋਕ ਆ ਜਾਂ ਹੋਰ ਕਲਚਰ ਦੇ ਨਾਲ ਸੰਬੰਧਿਤ ਆ, ਵੀ ਕਲਚਰਲੀ ਐਕਸੈਪਟਡ ਨਹੀਂ ਆਪਣੇ ਇਹ। ਹਾਂਜੀ, ਦੂਜੀ ਗੱਲ ਜਿਹੜੀ ਇਹ ਲਾਈਫ ਆ ਨਾ, ਜਦੋਂ ਆਪਾਂ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਜਾ ਵੜਦੇ ਆ, ਉਹ ਸੁਭਾਵਿਕ ਆ ਵੀ ਗਾਂ ਤੁਹਾਡੇ ਫਿਜ਼ੀਕਲ ਰਿਲੇਸ਼ਨਸ਼ਿਪ ਵੀ ਹੋਣੇ, ਗਾਂ ਫਿਰ ਬੱਚੇ ਹੋ ਜਾਂਦੇ ਆ, ਲਾਈਫ ਬਹੁਤ ਸਟ੍ਰੈਸਫੁਲ ਹੋ ਜਾਂਦੀ ਆ। ਤੇ ਲਾਈਫ ਜਦੋਂ ਫਿਰ ਇਹ ਜਿਹੜੀ 20 ਤੋਂ 30 ਸਾਲ ਵਾਲੀ ਜਦੋਂ ਤੁਹਾਡੀ ਡਾਵਾਂਡੋਲ ਹੋ ਜਾਂਦੀ ਆ, ਤੇ ਉਹ ਫਿਊਚਰ ਦੇ ਲਈ ਸਿਕਿਉਰਿਟੀ ਨਹੀਂ ਰਹਿੰਦੀ, ਕੋਈ ਜੌਬ ਦੀ ਨਹੀਂ ਰਹਿੰਦੀ, ਤੁਸੀਂ ਕਾਲਜ ਨਹੀਂ ਜਾ ਸਕਦੇ, ਜੇ ਜਾਣੇ ਵੀ ਆ ਮਗਰ ਜਾਨੀ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਉਹਦੇ ਵਿੱਚ ਬਹੁਤ। ਤੇ ਮੈਂ ਤਾਂ ਇਹੀ ਰਿਕੁਐਸਟ ਕਰ ਦੂੰਗਾ ਵੀ ਜੇ ਕੋਈ ਬੱਚਾ ਜਾਨੀ ਕਿਸੇ ਨੂੰ ਪਸੰਦ ਵੀ, ਮੇਰਾ ਵੀਰ ਭਰਾ ਭੈਣ ਕਿਸੇ ਨੂੰ ਕਰਦਾ ਵੀ ਆ, ਜਾਨੀ ਉਹਨੂੰ ਆਪਣੇ ਮਾਂ ਪਿਓ ਨਾਲ ਸ਼ੇਅਰ ਕਰਨਾ ਚਾਹੀਦਾ, ਦੱਸਣਾ ਚਾਹੀਦਾ ਵੀ ਆਹ ਪਰਸਨ ਹੈ ਜਿਵੇਂ ਵੀ। ਤੇ ਜੇ ਫੈਮਲੀਜ਼ ਐਗਰੀ ਹੁੰਦੀਆਂ ਗਾਂ ਫਿਊਚਰ ਦੇ ਵਿੱਚ, ਫਿਰ ਉਹ ਗੱਲ। ਤੇ ਜੇ ਫੈਮਲੀ ਵੀ ਜਦੋਂ ਆਪਾਂ ਕਿਸੇ ਲਈ ਅਰੇਂਜ ਕਰਦੇ ਆ, ਉਹਨਾਂ ਨੂੰ ਦੇਖਣਾ ਚਾਹੀਦਾ ਜਿਹਨੂੰ ਐਜੂਕੇਸ਼ਨ ਲੈਵਲ, ਮੈਂਟੈਲਿਟੀ ਲੈਵਲ, ਕਿਹੋ ਜਿਹਾ ਪ੍ਰੋਫੈਸ਼ਨ ਅਰੇਂਜ ਮੈਰਿਜ ਦੇ ਵਿੱਚ ਵੀ। ਤੇ ਜਿੱਥੇ ਜਾਨੀ ਸਾਰਿਆਂ ਦੀ ਖੁਸ਼ੀ ਆ ਜਾਂਦੀ ਆ, ਉਹਦੇ ਨਾਲ ਦਾ ਰਿਸ਼ਤਾ ਹੈ ਨਹੀਂ ਜੀ ਕੋਈ ਵਿੱਚ ਮਾਂ ਪਿਓ, ਦਾਦਾ ਦਾਦੀ। ਬਿਲਕੁਲ ਹਰਮਨ ਜੀ, ਤੁਸੀਂ ਬਿਲਕੁਲ ਬਹੁਤ ਵਾਜਬ ਗੱਲ ਕੀਤੀ ਆ। ਤੁਸੀਂ ਕਿਹਾ ਕਿ ਪੇਰੈਂਟਸ ਨੂੰ ਵੀ ਚਾਹੀਦਾ ਵਾ ਕਿ ਜਦੋਂ ਮੈਰਿਜਸ ਵਾਸਤੇ ਸੋਚਦੇ ਬੱਚਿਆਂ ਵਾਸਤੇ, ਉਹ ਮੈਂਟਲ ਲੈਵਲ ਔਰ ਹਰ ਤਰੀਕੇ ਦੀ ਕੰਪੈਟੇਬਿਲਿਟੀ ਵੱਲ ਧਿਆਨ ਜ਼ਰੂਰ ਦੇਣ। ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰੌਲਾ ਜ਼ਰੂਰ ਹੈ, ਖਾਸ ਕਰਕੇ ਜੇ ਲਿਵ ਇਨ ਰਿਲੇਸ਼ਨਸ਼ਿਪਸ ਦੇ ਵਿੱਚ ਜਦੋਂ ਬੱਚੇ ਪੈਦਾ ਹੋ ਜਾਂਦੇ ਆ, ਉਦੋਂ ਬਹੁਤ ਅਨਸਰਟਨਟੀ ਹੋ ਜਾਂਦੀ ਆ, ਰਿਲੇਸ਼ਨਸ਼ਿਪ ਦੇ ਵਿੱਚ ਅਨਸਰਟਨਟੀ ਆ ਜਾਂਦੀ ਆ। ਬੱਚੇ ਜਿਹੜੇ ਉਹਨਾਂ ਦੇ ਵਿੱਚ ਉਹ ਜਦੋਂ ਗਰੋ ਅਪ ਕਰਦੇ ਆ, ਜਦੋਂ ਵੱਡੇ ਹੁੰਦੇ ਆ, ਕਾਲਜ ਜਾਂਦੇ ਆ, ਉਸ ਤੋਂ ਪਹਿਲਾਂ ਸਕੂਲ ਜਾਂਦੇ ਆ, ਉਹ ਸਮਾਜ ਦੇ ਵਿੱਚ, ਸੁਸਾਇਟੀ 'ਚ ਜਾਂਦੇ ਆ, ਜਦੋਂ ਆਪਣੇ ਧਾਰਮਿਕ ਸਥਾਨਾਂ 'ਚ ਲੋਕੀ ਬਾਕੀਆਂ ਨੂੰ ਮਿਲਦੇ ਆ, ਉਹਨਾਂ ਵਾਸਤੇ ਇੱਕ ਬਹੁਤ ਦਿੱਕਤ ਆ ਸਕਦੀ ਆ। ਇਹ ਸਭ ਤੋਂ ਵੱਡੀ ਪ੍ਰੋਬਲਮ ਆ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ। ਦੇਖੋ ਪੈਸੇ ਪੂਸੇ ਦਾ, ਪ੍ਰਾਪਰਟੀ ਜਾਇਦਾਦ ਦਾ ਰੌਲਾ ਤਾਂ ਆਮ ਪੈ ਹੀ ਜਾਂਦਾ, ਉਹ ਤਾਂ ਵਿਆਹ 'ਚ ਵੀ ਪੈ ਸਕਦਾ ਵਾ, ਪਰ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਉਹ ਬੱਚਿਆਂ ਪ੍ਰਤੀ ਹੁੰਦੀ ਆ। ਹਰਮਨ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਇੱਕ ਹੋਰ ਕਾਲਰ ਹੈ, ਉਸ ਤੋਂ ਬਾਅਦ ਫਿਰ ਅਸੀਂ ਬ੍ਰੇਕ ਦੇ ਵਿੱਚ ਜਾਵਾਂਗੇ। ਹੈਲੋ ਜੀ, ਹਾਂਜੀ ਕੌਣ ਬੋਲ ਰਹੇ? ਹਾਂਜੀ, ਬਲਵਿੰਦਰ ਸਿੰਘ ਬੋਲ ਰਿਹਾ, ਕੈਲੀਫੋਰਨੀਆ ਤੋਂ ਜੀ। ਹਾਂਜੀ ਬਲਵਿੰਦਰ ਜੀ ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੇ? ਕਹਿਣਾ ਤਾਂ ਕੀ ਹੈ ਵੀਰ ਜੀ, ਪਤਾ ਕੀ ਹੈ, ਇਹ ਸਾਰਾ ਨਾ ਗੱਲ ਕਰਮਾਂ ਤੇ ਆ ਪੈਂਦੀ ਹੈ ਜੀ। ਬਾਕੀ ਜਿਹੜਾ ਸਾਡੇ ਪਿੱਛੇ ਸਭਤਾ ਸੀ, ਮਤਲਬ ਨਾ ਅੱਜ ਹੁਣ ਇੱਥੇ ਜਦੋਂ ਸਾਡੇ ਬੱਚੇ ਸਪੈਸ਼ਲੀ ਲੜਕੇ ਜਦੋਂ ਦੂਜੀ ਕਮਿਊਨਿਟੀ ਵਿੱਚ ਲੜਕੀ ਨਾਲ ਰਿਲੇਸ਼ਨ ਜਾਂ ਮੈਰਿਜ ਕਰਾ ਲੈਂਦੇ ਆ, ਤੇ ਕੋਈ ਕਿਸੇ ਤਰ੍ਹਾਂ ਦਾ ਓਬਜੈਕਸ਼ਨ ਨਹੀਂ ਕਰਦਾ, ਪਤਾ ਨਹੀਂ ਕਿਉਂ। ਪਰ ਜਦੋਂ ਸਾਡੀਆਂ ਲੜਕੀਆਂ ਮਤਲਬ ਦੂਜੀ ਕਮਿਊਨਿਟੀ ਜਾਂਦੀਆਂ ਤੇ ਸਾਰੇ ਹੀ ਫਿੰਗਰ ਚੁੱਕਦੇ ਆ, ਉਹ ਫਲਾਣੀ ਉਹਦੇ ਗੋਰੇ ਨਾਲ ਫਿਰਦੀ, ਉਹ ਕਾਲੇ ਨਾਲ ਫਿਰਦੀ ਆ, ਇਹਨੇ ਮਕਸੀਕੇ ਨਾਲ ਹੋ ਗਿਆ। ਮਤਲਬ ਇਹ ਵੀ ਔਰ 99% ਜਿਹੜੇ ਉਹ ਇਵੈਂਚੁਅਲੀ ਉਹ ਨਾ ਖਤਮ ਹੋ ਜਾਂਦੇ, ਕੋਈ 2 ਸਾਲਾਂ ਬਾਅਦ, ਕੋਈ 10-20 ਸਾਲਾਂ ਬਾਅਦ,
ਕੋਈ ਇੱਕ ਦਾ ਮਤਲਬ ਕੋਈ ਕੇਸ ਹੁੰਦਾ ਕਿ ਜਿਹੜਾ ਥਰੂ ਆਊਟ ਦਾ ਲਾਈਫ, ਕਿਉਂਕਿ ਜ਼ਿਆਦਾ ਤਾਂ ਮੈਂ ਰੀਡ ਨਹੀਂ ਕੀਤਾ, ਪਰ ਜਦੋਂ ਕਮਿਊਨਿਟੀ ਦੀ ਪਤਾ ਲੱਗ ਹੀ ਜਾਂਦਾ ਵੀ ਹੈ। ਸੋ ਇਹ ਵੀ ਸਾਡਾ ਜਿਹੜਾ ਪਹਿਲਾਂ ਸਿਸਟਮ ਸੀ ਬੜਾ ਚੰਗਾ ਸੀ, ਭਾਵੇਂ ਕਿਉਂਕਿ ਅੱਜ ਕੱਲ੍ਹ ਪ੍ਰੋਬਲਮ ਇਹ ਆ ਗਈ ਹੈ ਕਿ ਕੁੜੀਆਂ ਕਹਿੰਦੀਆਂ ਕਿ ਸਾਡਾ ਬਰਾਬਰ ਦਾ ਹੱਕ ਹੈ ਜੀ, ਪਰ ਜਦੋਂ ਹੱਕ ਆਉਂਦਾ ਉਹ ਤਾਂ ਬਰਾਬਰ ਦਾ, ਜਦੋਂ ਮਤਲਬ ਉਹਨਾਂ ਫਿਜ਼ੀਕਲ ਸ਼ੋਸ਼ਣ ਹੋ ਜਾਂਦਾ ਨਾ, ਉਦੋਂ ਵਿਚਾਰੀਆਂ ਉਹ ਮਤਲਬ ਵੀ ਕਿਸੇ ਪਾਸੇ ਦੀਆਂ ਰਹਿੰਦੀਆਂ, ਕਿਉਂਕਿ ਉਹਨੂੰ ਮਿਸਯੂਜ਼ ਕਰਕੇ ਸਾਡੇ ਹੀ ਬੰਦੇ ਈਵਨ ਮਤਲਬ ਕਿ ਸਾਡੀ ਕਮਿਊਨਿਟੀ ਦੇ ਵਿੱਚ ਹੀ ਜਦੋਂ ਉਹ ਮਤਲਬ ਕੁੜੀ ਮੁੰਡਾ ਦੋਵੇਂ ਹੁੰਦੇ ਆ ਤੇ ਜਦੋਂ ਉਹਨਾਂ ਦਾ ਰਿਲੇਸ਼ਨ ਮਤਲਬ ਮਿਸਯੂਜ਼ ਕਰਕੇ ਉਹਨਾਂ ਨੂੰ ਥਰੋ ਕਰ ਦਿੰਦੇ ਜਸਟ ਲਾਈਕ ਪੀਸ ਆਫ ਗਾਰਬੇਜ, ਤੇ ਉਹ ਮਤਲਬ ਨਾ ਉਹ ਵਿਚਾਰੀਆਂ ਨਾ ਉੱਧਰ ਦੀਆਂ ਰਹਿ ਜਾਂਦੀਆਂ ਹੈਗੀਆਂ। ਚੰਗੀ ਤਾਂ ਇਹ ਵੀ ਜਦੋਂ ਸਾਰੇ ਜਿਵੇਂ ਆਪਣੇ ਪਹਿਲਾਂ ਹੁੰਦਾ ਸੀ ਨਾ ਵੀ ਪੇਰੈਂਟਸ ਵੀ ਜ਼ਰੂਰ ਬੱਚਿਆਂ ਦੀ ਲੈਣੀ ਚਾਹੀਦੀ ਆ, ਪਰ ਮਤਲਬ ਇਵੈਂਚੁਅਲੀ ਫੈਸਲਾ ਪੇਰੈਂਟਸ। ਬਿਲਕੁਲ ਬਲਵਿੰਦਰ ਜੀ, ਪਹਿਲੋਂ ਵਾਲਾ ਸਿਸਟਮ ਤੁਸੀਂ ਕਿਹਾ ਬਿਹਤਰ ਹੁੰਦਾ ਸੀ, ਪਰ ਹੁਣ ਪ੍ਰੋਬਲਮ ਇਹ ਆ ਕਿ ਉਹ ਸਿਸਟਮ ਦੇ ਵਿੱਚ ਹੁਣ ਬਦਲਾਵ ਆ ਰਿਹਾ ਕਿਉਂਕਿ ਸੁਸਾਇਟੀ ਬਦਲ ਰਹੀ ਆ। ਪਰ ਜਿਹੜੀ ਤੁਸੀਂ ਗੱਲ ਇਹ ਕਹੀ ਆ ਕਿ ਜੇ ਬੱਚਿਆਂ ਦੀ ਰਾਏ ਪੇਰੈਂਟਸ ਲੈਣ, ਬੱਚਿਆਂ ਨੂੰ ਨਾਲ ਲੈ ਕੇ ਚੱਲਣ, ਬੱਚਿਆਂ ਨੂੰ ਸਮਝਾਉਣ, ਤਾਂ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ। ਤੁਸੀਂ ਗੱਲ ਇਹ ਕੀਤੀ ਕਿ ਜਦੋਂ ਸਾਡੀ ਲੜਕੀ ਸਮਾਜ ਤੋਂ ਬਾਹਰ ਵਿਆਹ ਕਰਦੀ ਆ ਉਦੋਂ ਜ਼ਿਆਦਾ ਤਕਲੀਫ ਹੁੰਦੀ ਆ, ਉਦੋਂ ਜ਼ਿਆਦਾ ਰੌਲਾ ਪੈਂਦਾ। ਉਹ ਸ਼ਾਇਦ ਇਸ ਕਰਕੇ ਆ ਜੀ ਕਿਉਂਕਿ ਤੁਹਾਨੂੰ ਲੱਗਦਾ ਕਿ ਉਹ ਬੱਚੀ ਜਿਹੜੀ ਆ ਹਮੇਸ਼ਾ ਵਾਸਤੇ ਸਾਡੇ ਤੋਂ ਨਾਤਾ ਤੋੜ ਕੇ ਜਾ ਰਹੀ ਆ। ਤੁਹਾਨੂੰ ਇਹ ਲੱਗਦਾ ਕਿ ਜੇ ਸਾਡਾ ਬੇਟਾ ਜੇ ਬਾਹਰ ਹੋਰ ਕਿਸੇ ਸਮਾਜ ਦੇ ਵਿੱਚ ਜਾਂ ਹੋਰ ਕਿਸੇ ਰਿਲੀਜਨ ਦੀ ਜਾਂ ਕਿਸੇ ਧਰਮ ਦੀ ਲੜਕੀ ਨੂੰ ਲਿਆਊਗਾ ਤਾਂ ਉਹ ਸ਼ਾਇਦ ਅਸੀਂ ਉਹਨੂੰ ਆਪਣੇ ਵਾਂਗੂ ਬਣਾ ਲਾਂਗੇ, ਸ਼ਾਇਦ ਇਸ ਕਰਕੇ ਉਹਨੂੰ ਸ਼ਾਇਦ ਅਸੀਂ ਐਕਸੈਪਟ ਕਰਦੇ ਹਾਂ। ਇੱਥੇ ਵੀ ਪੰਜਾਬ ਦੇ ਵਿੱਚ ਅੱਜ ਤੋਂ 30 40 50 ਸਾਲ ਪਹਿਲੋਂ ਤੁਹਾਨੂੰ ਯਾਦ ਹੈ ਕਿ ਜਦੋਂ ਕੋਈ ਆਪਣੀ ਕਾਸਟ ਕਮਿਊਨਿਟੀ ਤੋਂ ਬਾਹਰ ਵਿਆਹ ਕਰਦਾ ਸੀ ਤਾਂ ਉਹਨੂੰ ਬੜਾ ਮਾੜਾ ਸਮਝਿਆ ਜਾਂਦਾ ਸੀ। ਆਨਰ ਕਿਲਿੰਗਸ ਹੁੰਦੀਆਂ ਸੀ, ਕਈ ਵਾਰ ਭਰਾ ਜਿਹੜੇ ਆਪਣੀ ਭੈਣ ਨੂੰ ਮਾਰ ਦਿੰਦੇ ਸੀ ਕਿਉਂਕਿ ਭੈਣ ਜਿਹੜੀ ਉਹਨਾਂ ਦੀ ਉਹ ਬਾਹਰ ਵਿਆਹ ਕਰਦੀ ਸੀਗੀ। ਉਹ ਹੁਣ ਪੰਜਾਬ ਦੇ ਵਿੱਚ ਫੋਰਚੂਨੇਟਲੀ ਇਹ ਹੁਣ ਘਟ ਗਿਆ, ਲੋਕੀ ਐਕਸੈਪਟ ਕਰਨ ਲੱਗ ਪਏ ਆ ਵੀ ਸਮਾਜ ਬਦਲ ਰਿਹਾ ਵਾ। ਸ਼ਾਇਦ ਇਹ ਤੁਸੀਂ ਸੱਜਣ ਵੀਰ ਜਿਹੜੇ ਬਾਹਰਲੇ ਮੁਲਕਾਂ 'ਚ ਗਏ ਜੇ ਉੱਥੋਂ ਦਾ ਕੁਝ ਇੱਥੇ ਅਸਰ ਆ। ਆਨਰ ਕਿਲਿੰਗ ਬਿਲਕੁਲ ਚੰਗੀ ਗੱਲ ਨਹੀਂ ਹੈਗੀ ਕਿਉਂਕਿ ਤੁਸੀਂ ਜਿਹੜਾ ਕਾਨੂੰਨ ਹੈ ਉਹਨੂੰ ਆਪਣੇ ਹੱਥ 'ਚ ਲੈ ਰਹੇ ਜੇ, ਔਰ ਜੇ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਮਾਰਦੇ ਜੇ ਤਾਂ ਫਿਰ ਤੁਹਾਨੂੰ ਸਜ਼ਾ ਵੀ ਭੁਗਤਣੀ ਪੈਂਦੀ ਆ। ਪਰ ਹਰਿਆਣਾ ਜਿਹੜਾ ਸਾਡਾ ਨਾਲ ਦਾ ਰਾਜ ਆ ਉਹ ਕਈ ਤਰੀਕਿਆਂ ਨਾਲ ਸਾਡੇ ਤੋਂ ਅੱਗੇ ਆ, ਪਰ ਕਈ ਸਮਾਜਿਕ ਤੌਰ 'ਤੇ ਥੋੜ੍ਹਾ ਜਿਹਾ ਪਿੱਛੇ ਆ। ਉੱਥੇ ਇਸ ਵੇਲੇ ਆਨਰ ਕਿਲਿੰਗਸ ਬਹੁਤ ਸੁਣ ਆ ਰਹੀਆਂ। ਉੱਥੇ ਜਿਹੜੀਆਂ ਪੰਚਾਇਤਾਂ ਵਾ, ਖਾਪ ਪੰਚਾਇਤ ਜਿਹਨੂੰ ਆਉਂਦੇ ਆ, ਉਹ ਹਾਲੀ ਵੀ ਇਸ ਮੁੱਦੇ 'ਤੇ ਆਪਣੇ ਨੂੰ ਅਸਰਟ ਕਰ ਰਹੀਆਂ ਵਾ। ਸੋ ਉੱਥੇ ਆਨਰ ਕਿਲਿੰਗਸ ਦੇ ਬਹੁਤ ਕੇਸਿਸ ਆ ਰਹੇ ਆ ਅਦਾਲਤਾਂ ਦੇ ਵਿੱਚ, ਰੋਜ਼ ਇਹੋ ਜਿਹੇ ਕੇਸਿਸ ਅਸੀਂ ਸੁਣ ਰਹੇ ਹਾਂ। ਸੋ ਪਹਿਲੋਂ ਵਾਲਾ ਸਿਸਟਮ ਠੀਕ ਸੀ, ਪਰ ਹੁਣ ਸਿਸਟਮ ਨੂੰ ਅਸੀਂ ਉਹ ਰੱਖ ਨਹੀਂ ਸਕਦੇ ਕਿਉਂਕਿ ਸਮਾਜ ਹੀ ਬਦਲ ਰਿਹਾ ਅਤੇ ਉਹਦੇ ਨਾਲ ਫਿਰ ਉਹ ਸਿਸਟਮ ਹੀ ਬਦਲਣਗੇ। ਬਲਵਿੰਦਰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਬਹੁਤ ਸਾਰੀਆਂ ਸਾਨੂੰ ਈਮੇਲਸ ਆਈਆਂ ਵਾ, ਪਰ ਇੱਕ ਕਾਲਰ ਸਾਡੇ ਤੋਂ ਕਾਫੀ ਦੇਰ ਨਾਲ ਜੁੜੇ ਆ, ਸੋ ਪਹਿਲਾਂ ਮੈਂ ਉਹਨਾਂ ਦੀ ਗੱਲ ਸੁਣਨੀ ਚਾਹੁੰਦਾ ਵਾਂ। ਹੈਲੋ ਹਾਂਜੀ, ਕੌਣ ਬੋਲ ਰਹੇ ਤੁਸੀਂ? ਪਰਮਿੰਦਰ ਸਿੰਘ ਬੋਲਦੇ ਕੈਲੇਫੋਰ ਤੋਂ। ਪਰਮਿੰਦਰ ਸਿੰਘ ਭਾਜੀ। ਹਾਂਜੀ ਬਲਵਿੰਦਰ ਜੀ, ਕੀ ਕਹਿਣਾ ਚਾਹੁੰਦੇ ਜੇ? ਪਰਮਿੰਦਰ ਸਿੰਘ ਜੀ, ਪਰਮਿੰਦਰ ਸਿੰਘ। ਹਾਂਜੀ ਪਰਮਿੰਦਰ ਸਿੰਘ, ਸੌਰੀ ਜੀ, ਉਹ ਕਈ ਵਾਰ ਆਵਾਜ਼ ਨਹੀਂ ਕਲੀਅਰ ਹੁੰਦੀ। ਪਰਮਿੰਦਰ ਜੀ ਕੀ ਕਹਿਣਾ ਚਾਹੁੰਦੇ ਜੇ? ਅਸੀਂ ਆ ਮੁੱਦੇ ਦੇ, ਤੁਸੀਂ ਕਲਚਰ ਦੀ ਗੱਲ ਤੇ ਸੀ, ਕਲਚਰ ਦੀ ਆ ਭਾਜੀ ਗੱਲ ਕਰ ਰਹੇ ਸੀ ਜੀ। ਕਲਚਰ ਤੇ ਭਾਜੀ ਪੰਜਾਬੀ ਜਿਹੜਾ ਕਲਚਰ ਆ, ਆਪਾਂ ਗੁਰਦੁਆਰੇ ਸਾਹਿਬ ਜਾਂਦੇ ਆ ਮਹਾਰਾਜ ਦੇ ਜੀ, ਬਾਹਰੇ ਬੱਚੇ ਦੇ ਗੁਰਦੁਆਰੇ ਨੂੰ ਲਾਈਕ ਹੀ ਨਹੀਂ ਕਰਨ ਦੇ। ਅੱਛਾ, ਉਹ ਇੱਧਰ ਦੇ ਇੰਗਲਿਸ਼ ਗਾਣੇ, ਹੁਣ ਆਪਾਂ ਇਸ ਕੰਟਰੀ ਦੇ ਵਿੱਚ ਆਏ ਆ, ਆਪਾਂ ਨੂੰ ਇੰਗਲਿਸ਼ ਤੇ ਆ ਹੀ ਜਾਣੀ ਆ, ਉਹਨਾਂ ਨੂੰ ਪੰਜਾਬੀ ਵੀ ਸਿੱਖਣੀ ਚਾਹੀਦੀ। ਹੁਣ ਤੇ ਚਲੋ ਹੋ ਗਿਆ, ਉਹ ਵੀ ਹੋ ਜਾਣਾ ਯੂਨੀਵਰਸਿਟੀ ਦੇ ਵਿੱਚ, ਆਪਣੇ ਪੰਜਾਬੀ ਟੀਚਰ ਹੁਣ ਸਭ ਊੜੇ ਆੜੇ ਭੁੱਲ ਗਏ ਆ। ਹਾਂਜੀ ਜੀ ਜੀ। ਤੇ ਬਾਕੀ ਮਦਰ ਡੇ ਦੇ ਇੱਕ ਮੈਂ ਲਾਈਨਾਂ ਸੁਣਾਉਣਾ ਚਾਹੁੰਦਾ ਹਾਂ, ਮਾਂ ਦੀਆਂ, ਜੇ ਆਖੋ ਤੇ ਸੁਣਾ ਦਿੰਦਾ। ਹਾਂ ਬਿਲਕੁਲ ਸੁਣਾ ਦਿਓ। ਹੋ ਮਾਂ ਹੁੰਦੀ ਏ ਮਾਂ ਵੇ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਵੇ ਦੁਨੀਆ ਵਾਲਿਓ, ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਹੈ ਰੱਬ ਦਾ ਰੂਪ ਹੈ ਦੂਜਾ। ਉਹ ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਹੈ ਰੱਬ ਦਾ ਰੂਪ ਹੈ ਦੂਜਾ। ਹੋ ਮਾਂ ਹੁੰਦੀ ਏ ਮਾਂ ਵੇ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਵੇ ਦੁਨੀਆ ਵਾਲਿਓ। ਉਹ ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪੇ ਪੈਂਦੀ। ਉਹ ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪੇ ਪੈਂਦੀ। ਉਹ ਸੁੱਕੀ ਥਾਂ ਤੇ ਮੈਨੂੰ ਪਾਵੇ ਦੁਨੀਆ ਵਾਲਿਓ,
ਹੋ ਮਾਂ ਹੁੰਦੀ ਏ ਮਾਂ ਵੇ ਦੁਨੀਆ ਵਾਲਿਓ। ਪਰਮਿੰਦਰ ਜੀ ਇਹ ਤੁਹਾਡੀਆਂ ਆਪਣੀਆਂ ਲਾਈਨਾਂ ਵਾ? ਮਾਫ ਕਰਨਾ ਮੈਂ ਕੱਟ ਰਿਹਾ ਕਿਉਂਕਿ ਬਹੁਤ ਕਾਲਰ ਹੋਰ ਵੇਟ ਕਰ ਰਿਹਾ। ਤੁਸੀਂ ਆਪ ਲਿਖੀਆਂ ਲਾਈਨਾਂ ਹੈ? ਇਹ ਤੇ ਜਿਹੜੀਆਂ ਆਪ ਹੀ ਲਿਖਦਾ ਗਾਣਾ ਤੇ ਕੁਲਦੀਪ ਮਾਨਕ ਨੇ ਗਾਇਆ ਹੈ ਜੀ। ਕੁਲਦੀਪ ਮਾਨਕ ਨੇ ਗਾਇਆ। ਸੋ ਤੁਸੀਂ ਕੁਲਦੀਪ ਮਾਨਕ ਦੇ ਫੈਨ ਜੇ ਤੁਸੀਂ? ਜੀ ਫਾਈਨ ਤੇ ਮੈਂ ਮਹਾਰਾਜ ਦਾ ਗ੍ਰੰਥ ਸਾਹਿਬ ਦਾ ਵਾਂ ਜੀ ਜੀ। ਤੇ ਮੈਂ ਉਹ ਨਹੀਂ ਗਾਣਿਆਂ ਵੱਲੋਂ ਤੁਸੀਂ ਗਾਣਿਆਂ ਵੱਲੋਂ ਫੈਨ ਤੁਸੀਂ ਕੁਲਦੀਪ ਮਾਨਕ ਦੇ ਜੇ। ਬਾਕੀ ਤੁਸੀਂ ਜਿਹੜੀ ਗੱਲ ਕੀਤੀ ਨਾ ਪਹਿਲੋਂ ਸੌਰੀ ਵੈਸੇ ਤਾਂ ਮੈਂ ਤੁਹਾਡੀ ਸਾਰੀ ਕਵਿਤਾ ਸੁਣਨੀ ਚਾਹੁੰਦਾ ਸੀ ਪਰ ਕਿਉਂਕਿ ਹੋਰ ਵੀ ਕਾਲਰ ਵੇਟ ਕਰ ਰਹੇ ਆ। ਜਿਹੜੀ ਤੁਸੀਂ ਗੱਲ ਕੀਤੀ ਆ ਕਿ ਬੱਚੇ ਅੱਜ ਕੱਲ੍ਹ ਬਹੁਤ ਸਾਰੇ ਬੱਚੇ ਅੰਗਰੇਜ਼ੀ ਸਿੱਖਣਾ ਚਾਹੁੰਦੇ ਆ, ਪੰਜਾਬੀ ਸਿੱਖਣਾ ਨਹੀਂ ਚਾਹੁੰਦੇ, ਕਈ ਗੁਰਦੁਆਰੇ ਵੀ ਜਾਣਾ ਨਹੀਂ ਚਾਹੁੰਦੇ। ਮੈਂ ਉੱਥੇ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਵੀ ਜੇ ਆਪਾਂ ਗੁਰਦੁਆਰਿਆਂ ਦੇ ਵਿੱਚ ਵੀ ਜਿਹੜਾ ਪ੍ਰਚਾਰ ਆ ਉਹ ਅਸੀਂ ਥੋੜ੍ਹਾ ਨਾਲ ਨਾਲ ਅੰਗਰੇਜ਼ੀ ਦੇ ਵਿੱਚ ਕਰਨ ਲੱਗ ਪਈਏ ਸੋ ਦੈਟ ਜਿਹੜੇ ਸਾਡੇ ਬੱਚੇ ਨਵੀਂ ਜਿਹੜੀ ਪੀੜ੍ਹੀ ਆ ਉਹ ਵੀ ਸਾਨੂੰ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹਦੇ ਜਿਹੜੇ ਬਹੁਤ ਕੀਮਤੀ ਗੱਲਾਂ ਸਾਨੂੰ ਲਿਖੀਆਂ ਗਈਆਂ ਸਾਡੇ ਵਾਸਤੇ ਉਹ ਸਮਝ ਸਕਣ ਔਰ ਦੂਜੇ ਧਰਮ ਦੇ ਲੋਕ ਵੀ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਵੀ ਸਾਡੇ ਬਾਰੇ ਔਰ ਸਾਡੇ ਧਰਮ ਬਾਰੇ ਸਮਝ ਸਕਣ। ਇਹਦੇ ਬਾਰੇ ਤੁਸੀਂ ਤੁਹਾਡਾ ਕੀ ਖਿਆਲ ਹੈ? ਕਰ ਗਿਆ ਆਪਣਾ ਸਿੱਖ ਵੇਖੋ ਆਪਣੇ ਇੰਨੀ ਮਹਾਰਾਜ ਦੀ ਕਿਰਪਾ ਵਾ ਜੀ। ਇਹਨਾਂ ਨੂੰ ਆਪਣੇ ਬੱਚਿਆਂ ਨੂੰ ਕਿਤੇ ਆਪਾਂ ਇੰਡੀਆ ਦਿਖਾ ਕੇ ਗੁਰਧਾਮਾਂ ਦੇ ਵੀ ਦਰਸ਼ਨ ਕਰਾਉਣੇ ਚਾਹੀਦੇ, ਗੁਰੂਆਂ ਬਾਰੇ ਦੱਸਣਾ ਚਾਹੀਦਾ ਵੀ ਹਰਿਮੰਦਰ ਸਾਹਿਬ ਮੱਥਾ ਟੇਕਣ, ਗੋਇੰਦਵਾਲ ਸਾਹਿਬ, ਤਰਨਤਾਰਨ ਸਾਹਿਬ, ਹੇਮਕੁੰਟ ਸਾਹਿਬ, ਬਾਬਾ ਬਕਾਲਾ ਸਾਹਿਬ, 9 ਪਾਤਸ਼ਾਹੀ, ਇਹਨਾਂ ਨੂੰ ਸਾਰੇ ਦੱਸਣ ਆਪਣੇ ਗੁਰੂਆਂ ਨੇ ਕੀ ਕੀਤਾ, ਇਹਨਾਂ ਨੂੰ ਆਪਣੇ ਨੂੰ ਪਤਾ ਲੱਗੇ। ਬਿਲਕੁਲ ਪਰਮਿੰਦਰ ਜੀ ਇਹ ਤੇ ਤਾਦੀ ਹੋਊ ਨਾ ਵੀ ਜੇ ਤੁਸੀਂ ਉਹਨਾਂ ਨੂੰ ਇੱਥੇ ਲੈ ਕੇ ਆਓਗੇ ਸੋ ਆਪਣੇ ਬੱਚਿਆਂ ਨੂੰ ਲੈ ਕੇ ਆਓ ਪੰਜਾਬ 'ਚ ਉਹਨਾਂ ਨੂੰ ਇਹ ਸਾਰੇ ਧਰਮ ਸਥਾਨਾਂ 'ਚ ਲੈ ਕੇ ਜਾਓ। ਮੈਂ ਤਾਂ ਇਹ ਵੀ ਕਹੂੰਗਾ ਕਿ ਜਿਹੜੇ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਬਾਕੀ ਧਰਮਾਂ ਦੇ ਜਿਹੜੇ ਸਥਾਨ ਨੇ ਸ਼ਾਇਦ ਉੱਥੇ ਵੀ ਜਾਣਾ ਚਾਹੀਦਾ, ਉਹਨਾਂ ਦੀ ਵੀ ਜਾਣਕਾਰੀ ਉਹਨਾਂ ਨੂੰ ਦਿਓ ਕਿਉਂਕਿ ਆਪਾਂ ਨੂੰ ਜੇ ਬਾਕੀ ਧਰਮਾਂ ਬਾਰੇ ਆਪਾਂ ਜਾਣਕਾਰੀ ਨਹੀਂ ਲਵਾਂਗੇ ਤਾਂ ਬਾਕੀ ਧਰਮ ਆਪਾਂ ਨੂੰ ਐਕਸੈਪਟ ਨਹੀਂ ਕਰਨਗੇ। ਖੈਰ ਪਰਮਿੰਦਰ ਜੀ ਸਾਡੇ ਨਾਲ ਕਾਲ ਜੁੜਨ ਵਾਸਤੇ ਤੁਸੀਂ ਕਾਲ ਕੀਤੀ, ਬਹੁਤ ਬਹੁਤ ਧੰਨਵਾਦ। ਬਹੁਤ ਸਾਰੀਆਂ ਈਮੇਲਸ ਆਈਆਂ ਨੇ ਸੋ ਮੈਂ ਪਹਿਲਾਂ ਕੁਝ ਈਮੇਲਸ ਪੜ੍ਹਨੀਆਂ ਚਾਹੁੰਦਾ ਵਾਂ, ਉਸ ਤੋਂ ਬਾਅਦ ਆਪਾਂ ਫਿਰ ਅੱਗੇ ਵਿਚਾਰ ਚਰਚਾ ਕਰਦੇ ਰਹਾਂਗੇ। ਜਨੀਵਾ ਸਵਿਟਜ਼ਰਲੈਂਡ ਤੋਂ ਗੁਰਪ੍ਰੀਤ ਸਿੰਘ ਨੇ ਕੁਝ ਦਿਨ ਪਹਿਲਾਂ ਦੀ ਇੱਕ ਮੈਨੂੰ ਈਮੇਲ ਭੇਜੀ ਆ। ਉਹਨਾਂ ਲਿਖਿਆ ਕਿ ਮੈਂ ਇੱਕ 28 ਸਾਲ ਦਾ ਇੰਜੀਨੀਅਰ ਹਾਂ ਅਤੇ ਮੈਂ ਕੁਝ ਮਹੀਨੇ ਪਹਿਲਾਂ ਇੱਥੇ ਸਵਿਟਜ਼ਰਲੈਂਡ 'ਚ ਆਇਆ ਸਾਂ। ਮੈਂ ਵੇਖਿਆ ਹੈ ਕਿ ਬਹੁਤ ਸਾਰੇ ਆਪਣੇ ਲੋਕੀ ਬਾਹਰਲੇ ਮੁਲਕਾਂ 'ਚ ਆਉਣ ਵਾਸਤੇ ਹਰ ਤਰੀਕੇ ਦੇ ਉਪਰਾਲੇ ਕਰ ਰਹੇ ਨੇ। ਮੈਂ ਉਹਨਾਂ ਨੂੰ ਇਹ ਸਲਾਹ ਦੇਣੀ ਚਾਹੁੰਦਾ ਹਾਂ ਕਿ ਉਹ ਆਪਣਾ ਜ਼ੋਰ ਪੜ੍ਹਾਈ ਲਿਖਾਈ 'ਤੇ ਲਾਉਣ। ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਸਾਰੇ ਪਾਸੇ ਪੰਜਾਬੀ ਸਿੰਗਰਸ ਦੀ ਹੀ ਚਰਚਾ ਸੁਣ ਰਹੇ ਹਾਂ। ਸਾਡੇ ਪੰਜਾਬ ਵਿੱਚ ਅਤੇ ਹੋਰ ਥਾਵਾਂ 'ਤੇ ਡਾਕਟਰ, ਇੰਜੀਨੀਅਰ ਅਤੇ ਪ੍ਰੋਫੈਸ਼ਨਲਸ ਦੀ ਬਹੁਤ ਲੋੜ ਹੈ, ਨਾ ਕਿ ਸਿਰਫ ਸਿੰਗਰਸ ਦੀ। ਫਾਈਬਰ ਆਪਟਿਕਸ ਦੀ ਫੀਲਡ 'ਚ ਸਾਡੇ ਪੰਜਾਬੀਆਂ ਵਿੱਚੋਂ ਇੱਕ ਸੱਜਣ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਉਹ ਨੇ ਨਰਿੰਦਰ ਸਿੰਘ ਕੋਪਾਣੀ। ਉਹਨਾਂ ਮੁਤਾਬਿਕ ਉਹ ਇੱਕ ਅਨਸੰਗ ਪੰਜਾਬੀ ਹੀਰੋ ਨੇ। ਸਾਨੂੰ ਲੋੜ ਹੈ ਇਹੋ ਜਿਹੇ ਸੱਜਣਾਂ ਨੂੰ ਪ੍ਰਮੋਟ ਕਰਨ ਦੀ ਅਤੇ ਉਹਨਾਂ ਬਾਰੇ ਜਾਣਕਾਰੀ ਦੇਣ ਦੀ। ਗੁਰਪ੍ਰੀਤ ਜੀ ਈਮੇਲ ਭੇਜਣ ਵਾਸਤੇ ਬਹੁਤ ਬਹੁਤ ਧੰਨਵਾਦ। ਅਸੀਂ ਆਸ ਰੱਖਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਦੀ ਸਾਡੇ ਨਾਲ ਸੰਪਰਕ ਬਣਾਈ ਰੱਖੋਗੇ। ਇੱਕ ਹੋਰ ਈਮੇਲ ਭੇਜੀ ਆ ਅਮਰੀਕਾ ਤੋਂ ਹਰਜਾਪ ਸਿੰਘ ਔਜਲਾ ਨੇ। ਇੱਕ ਬਹੁਤ ਸਿਆਣੇ ਸੂਝਵਾਨ ਇਨਸਾਨ ਨੇ। ਉਹ ਬਹੁਤ ਡਿਫਰੈਂਟ ਸਬਜੈਕਟਸ 'ਤੇ ਸਾਡੇ ਨਾਲ ਸੰਪਰਕ ਬਣਾਈ ਰੱਖਦੇ ਨੇ। ਉਹਨਾਂ ਪੀਣ ਵਾਲੇ ਪਾਣੀ ਦੀ ਸਮੱਸਿਆ 'ਤੇ ਚਿੰਤਾ ਕੁਝ ਦਿਨ ਪਹਿਲਾਂ ਜਤਾਈ ਸੀ। ਉਹਨਾਂ ਨੇ ਕਿਹਾ ਹੈ ਕਿ ਇਸ ਵੇਲੇ ਨਿਊ ਦਿੱਲੀ ਅਤੇ ਮੁੰਬਈ ਦੇ ਨਾਲ ਪੰਜਾਬ ਦੇ ਸ਼ਹਿਰਾਂ ਵਿੱਚ ਵੀ ਪਾਣੀ ਦੀ ਬਹੁਤ ਕਿੱਲਤ ਇਸ ਵੇਲੇ ਹੈ ਔਰ ਇਹ ਹੋਰ ਵੱਧ ਰਹੀ ਆ। ਹੋਰ ਤੇ ਹੋਰ ਚੰਡੀਗੜ੍ਹ 'ਚ ਵੀ ਪਾਣੀ ਦੀ ਸ਼ਾਰਟੇਜ ਹਰ ਗਰਮੀਆਂ ਦੇ ਵਿੱਚ ਸਾਹਮਣੇ ਆ ਜਾਂਦੀ ਆ। ਇਹ ਅਫਸੋਸ ਦੀ ਗੱਲ ਹੈ ਕਿ ਲੁਧਿਆਣਾ ਦਾ ਅੰਡਰਗਰਾਊਂਡ ਪਾਣੀ ਅਤੇ ਨਾਲ ਲੰਘਦੀ ਸਤਲੁਜ ਦਾ ਪਾਣੀ ਗੰਧਲਾ ਹੋ ਰਿਹਾ ਹੈ ਕਿਉਂਕਿ ਅੰਮ੍ਰਿਤਸਰ ਇੱਕ ਟੂਰਿਸਟ ਡੈਸਟੀਨੇਸ਼ਨ ਹੈ। ਸੋ ਸਾਨੂੰ ਚਾਹੀਦਾ ਹੈ ਕਿ ਉੱਥੇ ਸੈਲਾਨੀਆਂ ਨੂੰ ਪਾਣੀ ਦੀ ਕੋਈ ਸਮੱਸਿਆ ਨਾ ਆਵੇ। ਇਹ ਸਮੱਸਿਆ ਉਹਨਾਂ ਦੇ ਮੁਤਾਬਿਕ ਰਾਵੀ ਦਰਿਆ ਦੇ ਪਾਣੀ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਹੱਲ ਕੀਤੀ ਜਾ ਸਕਦੀ ਆ। ਉਹਨਾਂ ਦਾ ਕਹਿਣਾ ਕਿ ਸਾਨੂੰ ਚਾਹੀਦਾ ਕਿ ਜਿਹੜਾ ਤਰਨ ਵਾਲਾ ਪੁਲ ਆ ਉਹਦੇ ਕੋਲ ਇੱਕ ਪਾਣੀ ਦਾ ਰਿਜ਼ਰਵਾਇਰ ਬਣਾ ਲਈਏ ਤਾਂ ਕਿ ਅੰਮ੍ਰਿਤਸਰ ਨੂੰ ਅੱਪਰ ਬਾਰੀ ਦੁਆਬ ਕਨਾਲ ਦਾ ਪਾਣੀ ਇਹਦੇ ਨਾਲ ਫਿਰ ਮਿਲ ਸਕੂਗਾ।
ਹਰਜਾਬ ਜੀ, ਸਾਡੇ ਨਾਲ ਇਹ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪਾਣੀ ਦੀ ਸਮੱਸਿਆ ਵਾਕਈ ਬਹੁਤ ਗੰਭੀਰ ਹੈ ਅਤੇ ਦਿਨੋਂ ਦਿਨ ਹੋਰ ਵੀ ਗੰਭੀਰ ਹੋ ਰਹੀ ਹੈ। ਅਫਸੋਸ ਦੀ ਗੱਲ ਇਹ ਕਿ ਇਸ ਬਾਰੇ ਕੁਝ ਵੀ ਸਰਕਾਰਾਂ ਜਿਹੜੀਆਂ ਵਾ ਉਹ ਗੰਭੀਰਤਾ ਨਾਲ ਸੋਚ ਨਹੀਂ ਰਹੀਆਂ। ਹੋਰ ਤੇ ਹੋਰ ਪਾਣੀ ਦੀ ਵੇਸਟੇਜ ਰੋਕਣ ਲਈ ਵੀ ਕੋਈ ਖਾਸ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਸ਼ਿਕਾਗੋ ਤੋਂ ਮੋਹਿੰਦਰ ਮਾਲ ਨੇ ਇੱਕ ਬਹੁਤ ਦਿਲਚਸਪ ਈਮੇਲ ਭੇਜੀ ਹੈ। ਉਹਨਾਂ ਆਪਣੇ ਪੁਰਾਣੇ ਵਤਨ ਪੰਜਾਬ ਅਤੇ ਹੁਣ ਰਹਿ ਰਹੇ ਅਮਰੀਕਾ ਦੀ ਤੁਲਨਾ ਕੀਤੀ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ ਵਿਆਹ ਸ਼ਾਦੀਆਂ ਅਤੇ ਤਿਉਹਾਰਾਂ ਵੇਲੇ ਆ ਕੇ ਬਹੁਤ ਚੰਗਾ ਲੱਗਦਾ, ਪਰ ਪ੍ਰੋਬਲਮ ਇਹ ਹੈ ਕਿ ਇੱਥੇ ਰੋਕ ਟੋਕ ਖਾਸ ਕਰਕੇ ਔਰਤਾਂ ਅਤੇ ਲੜਕੀਆਂ ਉੱਪਰ ਬਹੁਤ ਹੈ। ਇਹ ਵੀ ਦੇਖਿਆ ਗਿਆ ਕਿ ਇੱਥੇ ਲੋਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਨਾ ਹੀ ਟ੍ਰੈਫਿਕ ਨਿਯਮਾਂ ਦੀ ਕੋਈ ਪਾਲਣਾ ਕਰਦਾ। ਇਸੇ ਕਰਕੇ ਹੀ ਜਿਹੜੇ ਸੜਕ ਹਾਦਸੇ ਆ ਉਹ ਬਹੁਤ ਵੱਧ ਰਹੇ ਨੇ, ਉਹਨਾਂ 'ਚ ਬਹੁਤ ਜ਼ਿਆਦਾ ਜਾਨਾਂ ਜਾ ਰਹੀਆਂ ਨੇ। ਇੱਥੇ ਅਮਰੀਕਾ 'ਚ ਉਹਨਾਂ ਅੱਗੇ ਲਿਖਿਆ ਕਿ ਅਸੀਂ ਟੈਕਸ ਤਾਂ ਜ਼ਰੂਰ ਦਿੰਦੇ ਹਾਂ, ਪਰ ਟੈਕਸ 'ਤੇ ਜਦੋਂ ਟੈਕਸ ਦੇ ਦਿੰਦੇ ਹਾਂ ਤਾਂ ਹਰ ਪੱਖੋਂ ਅਸੀਂ ਬਹੁਤ ਸੁਰੱਖਿਅਤ, ਮਹਿਫੂਜ਼ ਫੀਲ ਕਰਦੇ ਹਾਂ ਔਰ ਅਸੀਂ ਬਹੁਤ ਖੁਸ਼ ਹਾਂ। ਮਹਿੰਦਰ ਮਾਲ ਜੀ, ਇੱਕ ਤੁਹਾਡਾ ਇਸ਼ਾਰਾ ਸ਼ਾਇਦ ਇੱਥੋਂ ਦੀ ਸਰਕਾਰ 'ਤੇ ਆ ਵੀ ਜਿਹੜੀ ਟੈਕਸ 'ਤੇ ਲੈਂਦੀ ਆ ਪਰ ਉਹ ਟੈਕਸ ਦੇ ਪੈਸੇ ਦੀ ਸਹੀ ਵਰਤੋਂ ਨਹੀਂ ਕਰਦੀ। ਜੇ ਉਹ ਸਹੀ ਵਰਤੋਂ ਕਰੇ ਤਾਂ ਲੋਕੀ ਇੱਥੋਂ ਦੇ ਵੀ ਖੁਸ਼ ਰਹਿ ਸਕਦੇ ਆ। ਇਸੇ ਤਰ੍ਹਾਂ ਹੀ ਬੇ ਏਰੀਆ ਕੈਲੀਫੋਰਨੀਆ USA ਤੋਂ ਪ੍ਰਵਾਸ ਸਿੰਘ ਵਿਰਕ ਨੇ ਆਪਣਾ ਵਿਚਾਰ ਪੰਜਾਬੀ ਗਾਣਿਆਂ 'ਚ ਲੱਚਰਤਾ ਉੱਪਰ ਈਮੇਲ ਰਾਹੀਂ ਭੇਜਿਆ ਹੈ। ਉਹਨਾਂ ਲਿਖਿਆ ਹੈ ਕਿ ਉਹ ਜਦੋਂ 6 ਸਾਲ ਪਹਿਲਾਂ ਅਮਰੀਕਾ ਆਏ ਸੀ ਤਾਂ ਇੱਥੇ ਉਦੋਂ ਗਨ ਕਲਚਰ ਯਾਨੀ ਲੋਕਾਂ ਕੋਲ ਅਸਲਾ ਵੇਖ ਕੇ ਉਹ ਬਹੁਤ ਹੈਰਾਨ ਹੋਏ ਸੀ, ਪਰ ਹੌਲੀ ਹੌਲੀ ਇਹ ਸਭ ਵੇਖ ਕੇ ਉਹਨਾਂ ਨੂੰ ਇੱਕ ਆਦਤ ਜੀ ਪੈ ਗਈ ਆ। ਵਿਰਕ ਨੇ ਅੱਗੇ ਕਿਹਾ ਵਾ ਕਿ ਇਸੇ ਤਰ੍ਹਾਂ ਹੀ ਜਦੋਂ ਉਹਨਾਂ ਪਹਿਲੀ ਵਾਰ ਲੱਕ 28 ਕੁੜੀ ਦਾ ਗਾਣਾ ਸੁਣਿਆ ਤਾਂ ਉਹਨਾਂ ਨੂੰ ਇਹ ਬਹੁਤ ਭੱਦਾ ਲੱਗਾ ਸੀ, ਪਰ ਇਹ ਸੁਣ ਕੇ ਉਹਨਾਂ ਨੂੰ ਇਸ ਦੀ ਹੁਣ ਆਦਤ ਪੈਣ ਲੱਗ ਪਈ ਔਰ ਇਸ ਵੇਲੇ ਹੁਣ ਕਈ ਵਾਰ ਇਹ ਆਪ ਹੀ ਆਪਣੇ ਆਪ ਵੇਖਦੇ ਆ ਕਿ ਮੈਂ ਉਹ ਕਈ ਵਾਰ ਡਾਂਸ ਕਰਨ ਲੱਗ ਪੈਂਦੇ ਇਹ ਗਾਣਾ ਸੁਣ ਕੇ। ਉਹਨਾਂ ਦਾ ਮਤਲਬ ਹੈ ਕਿ ਕੋਈ ਚੀਜ਼ ਜਦੋਂ ਤੁਸੀਂ TV 'ਤੇ ਦੁਬਾਰਾ ਵੇਖਦੇ ਜੇ ਤਾਂ ਉਸ ਦੀ ਆਦਤ ਪੈ ਜਾਂਦੀ ਆ। ਉਹਨਾਂ ਕਿਹਾ ਹੈ ਕਿ ਕਿਉਂਕਿ ਸਾਡਾ ਵਿਰਸਾ ਸੱਭਿਆਚਾਰ ਬਹੁਤ ਵਧੀਆ ਹੈ, ਬਹੁਤ ਰਿਚ ਆ, ਸਾਨੂੰ ਇਸ ਨੂੰ ਬਚਾਉਣਾ ਚਾਹੀਦਾ ਵਾ। ਇਹ ਨਾ ਹੋਵੇ ਕਿ ਅਸੀਂ ਇਹੋ ਜਿਹੇ ਲੱਚਰ ਅਤੇ ਭੱਦੇ ਗਾਣੇ ਸੁਣ ਕੇ ਆਪਣੇ ਕਲਚਰ ਨੂੰ ਹੀ ਭੁੱਲ ਜਾਈਏ, ਉਹਨੂੰ ਗਵਾ ਲਈਏ। ਸੋ ਇਸ ਕਰਕੇ ਸਾਨੂੰ ਕੁਝ ਰੈਗੂਲੇਸ਼ਨਸ ਕਰਨ 'ਚ ਕੋਈ ਹਰਜ਼ ਨਹੀਂ ਹੈ। ਸਮਾਂ ਬੜਾ ਥੋੜ੍ਹਾ ਰਹਿ ਰਿਹਾ, ਕਾਲਰ ਸਾਨੂੰ ਵੇਟ ਕਰ ਰਿਹਾ, ਸੋ ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ। ਹੈਲੋ। ਹਾਂਜੀ, ਕੌਣ ਬੋਲ ਰਹੇ ਜੀ? ਹਾਂ, ਡਾਕਟਰ ਸਾਹਿਬ ਹਰਦੀਪ ਸਿੰਘ ਬੋਲ ਰਿਹਾ ਜੀ, ਫੀਨਿਕਸ ਐਰੀਜ਼ੋਨਾ। ਹਾਂਜੀ ਹਰਦੀਪ ਜੀ, ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ। ਦੱਸੋ ਕੀ ਕਹਿਣਾ ਚਾਹੁੰਦੇ ਜੇ? ਤੁਸੀਂ 2-3 ਗੱਲਾਂ ਇਕੱਠੀਆਂ ਹੀ ਛੇੜੀਆਂ ਹੋਈਆਂ, ਕੋਈ ਸਮਝ ਨਹੀਂ ਲੱਗਦੀ ਕਿਸ ਗੱਲ ਤੇ ਕਰੀਏ। ਵੇਖੋ, ਸਭ ਤੋਂ ਪਹਿਲਾਂ ਤੁਹਾਡੀ ਗੱਲ ਚੱਲਦੀ ਸੀ ਜਿਹੜੇ ਬੱਚੇ ਆਪਣੇ ਆਪ ਇੱਕ ਦੂਜੇ ਨੂੰ ਵੇਖ ਕੇ ਸ਼ਾਦੀ ਕਰਦੇ ਆ। ਜੀ। ਵੇਖੋ, ਬਰੀਫ ਦੀ ਗੱਲ 2 ਮੁੱਦਿਆਂ ਤੇ ਕਰਾਂਗੇ। ਉਹ ਇਹ ਹੈ ਕਿ ਇਹ ਕੰਮ ਅੱਜ ਨਹੀਂ ਸ਼ੁਰੂ ਹੋਇਆ, ਸਦੀਆਂ ਪਹਿਲਾਂ ਵੀ ਹਿੰਦੁਸਤਾਨ 'ਚ ਏਦਾਂ ਹੋਇਆ ਸੀ। ਉਦੋਂ ਇਹਦਾ ਨਾਂ ਹੁੰਦਾ ਸੀ ਸਵੰਬਰ। ਹਾਂਜੀ। ਉਹਨੂੰ ਕਹਿੰਦੇ ਸੀ ਸਵੈਮ ਵਾਰ, ਵੀ ਆਪਣੇ ਆਪ ਵਾਰ ਚੁਣ ਲਿਆ। ਲੜਕੀ ਨੇ ਲੜਕਾ ਵੇਖ ਲਿਆ, ਲੜਕੇ ਨੇ ਲੜਕੀ ਵੇਖ ਲਈ ਜੀ। ਪਰ ਇਹ ਸੌਦਾ ਅਗਰ ਵਧੀਆ ਹੁੰਦਾ ਤੇ ਲੋਕ ਇਹਨੂੰ ਕੰਟੀਨਿਊ ਰੱਖਦੇ। ਇਹਨੂੰ ਡਿਸਕੰਟੀਨਿਊ ਇਸੇ ਕਰਕੇ ਕੀਤਾ ਸੀ ਵੀ ਇਹ ਵਧੀਆ ਨਹੀਂ ਸੀ, ਆਪਸ ਦੇ ਵਿੱਚ ਮੁਤਾਲਬੇ ਪੈਦਾ ਹੋ ਜਾਂਦੇ ਸੀ। ਕਦੀ ਖਾਨਦਾਨ ਨਹੀਂ ਸੀ ਰਲਦਾ, ਕਦੀ ਲੜਕੇ ਲੜਕੀ ਦੀ ਨਹੀਂ ਰਲਦੀ, ਕਦੀ ਇੱਕ ਦੂਜੇ ਨੂੰ ਥੱਲੇ ਲਾਉਣ ਵਾਸਤੇ ਉਹ ਛੱਡ ਦਿੰਦੇ ਸੀ ਜੀ। ਤੇ ਇਸ ਵਾਸਤੇ ਇਹ ਸਵੈਮਵਰ ਦਾ ਰਿਵਾਜ ਛੱਡਤਾ ਸੀ। ਸਾਡੇ ਰਾਜਨੀਤਿਕਾਂ ਨੇ ਵੀ ਤੇ ਧਾਰਮਿਕਾਂ ਨੇ ਵੀ ਇਹ ਛੱਡ ਦਿੱਤਾ ਸੀ ਜੀ। ਪਰ ਅਨਫਾਰਚੂਨੇਟਲੀ ਅਸੀਂ ਇਹ ਸੌਦਾ ਫਿਰ ਅਡਾਪਟ ਕਰ ਲਿਆ। ਚਲੋ, ਅਸੀਂ ਕਿਉਂ ਮਨਾ ਨਹੀਂ ਹੋ ਸਕਦਾ, ਕਿਉਂਕਿ ਇੰਨੀ ਦੂਰੀ ਤੱਕ ਜਾ ਪਹੁੰਚਿਆ ਵੀ ਐਵਰੇਜ 70-80% ਜਿਹੜਾ ਬੱਚੇ ਸ਼ਾਦੀ ਜਿਹੜੀ ਮਰਜ਼ੀ ਦੀ ਕਰਦੇ ਆ, ਤੇ ਇਹ ਹੁਣ ਰੋਕਣੀ ਬੜੀ ਮੁਸ਼ਕਲ ਆ ਜੀ। ਪਰ ਜਿਹੜੀ ਗੱਲ ਤੁਸੀਂ ਇਹ ਕਹਿੰਦੇ ਨੇ ਵੀ ਵਿਆਹ ਤੋਂ ਪਹਿਲਾਂ ਕੁੜੀ ਮੁੰਡਾ ਕਈ ਮਹੀਨੇ ਜਾਂ ਕੋਈ ਸਾਲ ਜਾਂ ਕਈ ਦਿਨ ਇਕੱਠੇ ਰਹਿੰਦੇ, ਉਹ ਗੱਲ ਬਿਲਕੁਲ ਗਲਤ ਜੇ। ਉਹ ਗੱਲ ਦੁਨੀਆ ਨੂੰ ਲੈ ਡੁੱਬੇਗੀ ਅੱਜ ਵੀ ਕੱਲ ਵੀ। ਉਹਦੇ ਤੋਂ ਬਚਣਾ ਚਾਹੀਦਾ। ਬਾਕੀ ਜਾਣ ਪਛਾਣ ਦੇ ਵਿੱਚ ਸ਼ਾਦੀ ਹੋ ਜਾਏ, ਹੋਵੇ ਅਰੇਂਜ ਮੈਰਿਜ ਹੀ, ਪਰ ਲੜਕੇ ਲੜਕੀ ਦੀ ਮਰਜ਼ੀ ਪੁੱਛ ਲਵੇ, ਉਹਨਾਂ ਨੂੰ ਗੱਲਬਾਤ ਦਾ ਮੌਕਾ ਦੇ ਦੇਵੇ, ਆਪਸ ਦੇ ਵਿੱਚ ਮਿਲ ਕੇ ਬੈਠ ਕੇ ਗੱਲਬਾਤ ਕਰ ਲੈਣ, ਇੱਕ ਦੂਜੇ ਦਾ ਇਹਦੇ ਤੋਂ ਸੁਭਾਅ ਤੋਂ ਜਾਣੂ ਹੋ ਲੈਣ।
ਤੇ ਕੋਈ ਹਰਜ ਨਹੀਂ ਲਵ ਮੈਰਿਜ ਦਾ, ਪਰ ਜਿਹੜੀ ਆ ਅੰਧਾ ਧੁੰਦਾ ਨਾ ਕੰਮ ਵੀ ਫੇਸਬੁੱਕ ਤੇ ਹੀ ਅੱਜ ਕੱਲ ਵਿਆਹ ਹੋਈ ਜਾਂਦੇ ਆ ਇਹਨਾਂ ਚੀਜ਼ਾਂ ਨੇ ਘੱਟੋ ਘੱਟ ਸਾਡੇ ਸਮਾਜ ਦਾ ਤੇ ਬੇੜਾ ਗਰਕ ਕਰ ਦੇਣਾ। ਬਿਲਕੁਲ ਹਰਦੀਪ ਜੀ, ਤੁਸੀਂ ਇਸ ਸਾਰੀ ਚੀਜ਼ ਨੂੰ ਇੱਕ ਪਰਸਪੈਕਟਿਵ ਦੇ ਵਿੱਚ ਪਾਇਆ ਕਿ ਕਿਵੇਂ ਸਵੰਬਰ ਤੋਂ ਫਿਰ ਮੈਰਿਜਸ ਦਾ ਸਿਸਟਮ ਸ਼ੁਰੂ ਹੋਇਆ ਔਰ ਇਹ ਲਿਵ ਇਨ ਰਿਲੇਸ਼ਨਸ਼ਿਪ ਜਿਹੜੀ ਆ ਇਹ ਸਮਾਜ ਨੂੰ ਬਰਬਾਦ ਕਰ ਸਕਦੀ ਆ। ਇਹ ਦੱਸੋ ਹਰਦੀਪ ਜੀ, ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਅਮਰੀਕਾ ਗਿਆ ਨੂੰ? ਮੈਨੂੰ 5 ਸਾਲ ਹੋਏ ਜੀ, ਮੈਂ 2008 ਚ ਆਇਆ ਸੀ। ਤੇ ਇੱਥੋਂ ਕਿੱਥੋਂ ਗਏ ਸੀ ਤੁਸੀਂ? ਮੈਂ ਪੰਜਾਬ ਚ ਆ ਜੀ, ਕਪੂਰਥਲੇ ਜ਼ਿਲ੍ਹੇ ਚ ਮੇਰਾ ਪਿੰਡ ਆ ਨਡਾਲਾ। ਅੱਛਾ, ਤੇ ਆਉਂਦੇ ਜਾਂਦੇ ਰਹਿੰਦੇ ਵੈਸੇ ਕਿ ਆਉਂਦੇ ਜਾਂਦੇ ਰਹਿੰਦੇ ਕਿ ਨਹੀਂ ਆਉਣਾ ਹੋਇਆ? ਮੈਂ ਹਰ ਸਾਲ ਆਉਣਾ ਜੀ, ਕਈ ਵਾਰ ਸਾਲ 'ਚ 2 ਚੱਕਰ ਵੀ ਲੱਗ ਜਾਂਦੇ, ਹਰ ਸਾਲ ਮੈਂ ਆਉਣਾ ਜ਼ਰੂਰ। ਹਰਦੀਪ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਹਾਡੇ ਕਪੂਰਥਲੇ ਨਡਾਲਾ ਏਰੀਆ ਦੇ ਵਿੱਚੋਂ, ਪੁਲਾਥੇ ਏਰੀਆ ਚੋਂ ਬਹੁਤ ਸੱਜਣ ਬਾਹਰ ਗਏ ਆ ਔਰ ਉੱਥੇ ਉਹ ਬਹੁਤ ਸਾਰੇ ਸੱਜਣ ਵਾਪਸ ਆ ਕੇ ਉੱਥੇ ਕਬੱਡੀ ਦੇ ਟੂਰਨਾਮੈਂਟ ਕਰਾਉਂਦੇ ਆ ਔਰ ਬਹੁਤ ਲੋਕੀ ਕਬੱਡੀ ਵੇਖਣ ਜਾਂਦੇ ਉੱਥੇ। ਇਹ ਸਭ ਵੇਖ ਕੇ ਬਹੁਤ ਖੁਸ਼ੀ ਹੁੰਦੀ ਆ ਔਰ ਸਾਨੂੰ ਆਸ ਆ, ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਵੀ ਤੁਸੀਂ ਐਰੀਜ਼ੋਨਾ ਜਾ ਕੇ ਵੀ ਉਸੇ ਤਰ੍ਹਾਂ ਹੀ ਖੁਸ਼ ਰਹੋ ਔਰ ਉੱਥੇ ਲੋਕਾਂ ਨੂੰ ਆਪਣੀ ਖੁਸ਼ੀ ਵੰਡਦੇ ਰਹੋ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਗੋਲਫ ਕੈਨੇਡਾ ਤੋਂ ਪਰਮਜੋਤ ਨੇ ਇੱਕ ਈਮੇਲ ਭੇਜੀ ਹੈ। ਉਹਨਾਂ ਲਿਖਿਆ ਕਿ ਤੁਹਾਡੇ ਸ਼ੋਅ 'ਚ ਭਾਰਤੀ ਖਾਸ ਕਰਕੇ ਪੰਜਾਬੀ ਦੁਨੀਆ ਦੇ ਹਰ ਕੋਨੇ ਤੋਂ ਟੈਲੀਫੋਨ ਕਰਦੇ ਨੇ, ਨਾ ਕਿ ਸਿਰਫ ਨਾਰਥ ਅਮਰੀਕਾ ਤੋਂ। ਇਸ ਕਰਕੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਸ ਸ਼ੋਅ ਦਾ ਨਾਂ ਬਦਲ ਦਿਓ। ਪਰਮਜੀਤ, ਈਮੇਲ ਭੇਜਣ ਵਾਸਤੇ ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੇ ਵਿਚਾਰ ਉੱਪਰ ਜ਼ਰੂਰ ਗੌਰ ਕਰਾਂਗੇ। ਇਹ ਠੀਕ ਹੈ ਕਿ ਸਾਨੂੰ ਹਰ ਥਾਂ ਤੋਂ ਲੋਕੀ ਕਾਲ ਕਰਦੇ ਰਹਿੰਦੇ ਆ, ਪਰ ਤੁਸੀਂ ਵੀ ਇਸੇ ਤਰ੍ਹਾਂ ਹੀ ਸਾਨੂੰ ਕਾਲ ਕਰਦੇ ਰਹੋ। ਸਮਾਂ ਬੜਾ ਥੋੜ੍ਹਾ ਰਹਿ ਗਿਆ, ਮੈਂ ਕੁਝ ਕਾਲਸ ਲੈਣੀ ਚਾਹੁੰਦਾ ਬੰਦ ਕਰਨ ਤੋਂ ਪਹਿਲਾਂ। ਹੈਲੋ ਹਾਂਜੀ, ਕੌਣ ਬੋਲ ਰਹੇ ਤੁਸੀਂ? ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ, ਦੱਸੋ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ ਮਨਿੰਦਰ ਸਿੰਘ ਬੋਲਦਾ ਜੀ, ਬੋਸਟਨ ਤੋਂ। ਹਾਂਜੀ ਹਾਂਜੀ ਮਨਿੰਦਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਜੇ ਜਿਹੜੇ ਅੱਜ ਦੇ ਆਪਾਂ ਮਸਲੇ ਡਿਬੇਟ ਕਰ ਰਹੇ ਹਾਂ? ਹਾਂਜੀ, ਮੈਂ ਉਹਦੇ ਤੇ ਇਹ ਕਹਿਣਾ ਚਾਹੁੰਦਾ ਵੀ ਜਿਹੜੀਆਂ ਆਪਣੀਆਂ ਅਰੇਂਜ ਮੈਰਿਜਸ ਆ, ਮੈਂ ਇੱਕ ਦਿਨ ਅਖਬਾਰ ਪੜ੍ਹਦਾ ਸੀ, ਉਹਦੇ ਵਿੱਚ ਆਪਣੇ ਪੰਜਾਬੀ ਦੇ ਇਸ਼ਤਿਹਾਰ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਵੀ ਉਹੀ ਮੁੰਡੇ ਦੀ ਲੋੜ ਆ ਜਿਹਦੇ ਕੋਲ 15 ਕਿੱਲੇ ਜ਼ਮੀਨ ਤੇ ਲੱਗਦੇ ਹੋਣ, ਕੁੜੀ ਜਾਂ ਸਾਡੀ ਇੱਕ ਹੋਰ ਕੁੜੀ ਨੂੰ ਬਾਹਰ ਕੱਢੇ ਕੈਨੇਡਾ ਦੇ ਵਿੱਚ। ਅੱਛਾ, ਦੂਸਰਾ ਮੈਂ ਇਹ ਦੇਖਿਆ ਵੀ ਕਿਸੇ ਘਰਾਂ ਚ ਸਾਡੇ ਪਿੰਡ ਇੱਕ 18 ਸਾਲ ਦੀ 31 ਸਾਲ ਦੇ ਮੁੰਡੇ ਨਾਲ ਕਰਤਾ ਤਾਂ ਉਹ ਇੱਕ ਕੁੜੀ ਨੂੰ ਵੇਚਣ ਵਾਲਾ ਹੀ ਕੰਮ ਹੋਇਆ। ਤੇ ਦੂਸਰਾ ਜਿਹੜਾ ਲਵ ਮੈਰਿਜ ਦੀ ਗੱਲ ਆ, ਤਾਂ ਮੈਂ ਇਹ ਕਹਿਣਾ ਵੀ ਜਦੋਂ ਕਿਸੇ ਬੱਚੇ ਦੀ ਜਿਵੇਂ ਕਹਿੰਦੇ ਆ ਪਿਓ ਦੀ ਜੁੱਤੀ ਬੱਚੇ ਦੇ ਆਉਣ ਲੱਗ ਜੇ ਤਾਂ ਉਹ ਬਿਲਕੁਲ ਖੁੱਲ ਜਾਣਾ ਚਾਹੀਦਾ। ਉਹਨਾਂ ਨੂੰ ਇੱਕ ਦੋਸਤਾਨਾ ਸੰਬੰਧ ਹੋਣੇ ਚਾਹੀਦੇ ਵੀ ਉਹਨਾਂ ਨੂੰ ਬੱਚੇ ਦੀ ਚੁਆਇਸ ਦਾ ਵੀ ਪਤਾ ਹੋਵੇ। ਸੋ ਇਹ ਦੋਨਾਂ ਮੁੱਦਿਆਂ ਦੇ ਵਿੱਚ, ਚਾਹੇ ਉਹ ਅਰੇਂਜ ਮੈਰਿਜ ਹੋਵੇ ਚਾਹੇ ਉਹ ਦੂਜੀ ਹੋਵੇ, ਗੁੰਜਾਇਸ਼ ਸੋਧ ਦੀ ਹਮੇਸ਼ਾ ਹੀ ਰਹਿੰਦੀ ਆ। ਤੇ ਹਾਰਡ ਐਂਡ ਹਿੱਟ ਰੂਲ ਨਹੀਂ ਹੋਣਾ ਚਾਹੀਦਾ ਵੀ ਕਈ ਵਾਰ ਅਰੇਂਜ ਮੈਰਿਜ ਫਿੱਟ ਬਹਿ ਜਾਂਦੀ, ਕਈ ਵਾਰ ਦੂਜੀ ਵੀ। ਤਾਂ ਦੋਨੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਰਲ ਮਿਲਣ ਦੀ ਸਲਾਹ ਦੇ ਨਾਲ ਇੱਕ ਦੂਜੇ ਦਾ ਦੇਖ ਕੇ ਕਰਨਾ ਚਾਹੀਦਾ। ਬਿਲਕੁਲ ਮਨਿੰਦਰ ਜੀ, ਠੀਕ ਕਿਹਾ ਤੁਸੀਂ ਕਿ ਆਪਾਂ ਫੇਸਬੁੱਕ ਨੂੰ, ਜਿਹੜੇ ਫੇਸਬੁੱਕ ਤੇ ਲੋਕੀ ਆਪਸ ਜੁੜ ਜਾਂਦੇ ਆ ਔਰ ਫਿਰ ਬਾਅਦ ਦੇ ਵਿੱਚ ਉਹ ਸ਼ਾਦੀ ਕਰਵਾ ਲੈਂਦੇ, ਆਪਾਂ ਉਹਨੂੰ ਕ੍ਰਿਟਿਸਾਈਜ਼ ਕਰ ਰਹੇ ਹਾਂ। ਪਰ ਜਿਹੜੀ ਦੂਜੇ ਪਾਸੇ ਜਿਹੜੀ ਗੱਲ ਹੈ ਕਿ ਜਿਹੜੇ ਪੇਰੈਂਟਸ ਇਸ਼ਤਿਹਾਰ ਦਿੰਦੇ ਆ, ਐਡਵਰਟਾਈਜ਼ਮੈਂਟ ਦਿੰਦੇ ਆ ਔਰ ਉਹ ਡਿਮਾਂਡ ਕਰਦੇ ਆ ਕਿ ਜਿਹੜੇ ਬੰਦੇ ਕੋਲ ਇੰਨੇ ਕਿੱਲੇ ਆ ਜਾਂ ਉਹ ਸਾਡੇ ਪਰਿਵਾਰ ਦੇ ਇੰਨੇ ਮੈਂਬਰਾਂ ਨੂੰ ਬਾਹਰ ਲੈ ਜੂ, ਅਸੀਂ ਉੱਥੇ ਹੀ ਸ਼ਾਦੀ ਕਰਨੀ ਆ, ਉਹ ਵੀ ਉਨੀ ਮਾੜੀ ਗੱਲ ਆ। ਸੋ ਉਹ ਗੱਲ ਉੱਥੇ ਆ ਜਾਂਦੀ ਆ ਕਿ ਹਰ ਬੰਦੇ ਨੂੰ ਜਿਹੜੀ ਚੀਜ਼ ਰਾਸ ਆ ਜੇ ਉਹੀ ਬਿਹਤਰ ਆ। ਮੇਰੇ ਖਿਆਲ ਆਪਾਂ ਨੂੰ ਸਭ ਨੂੰ ਵੇਖਣਾ ਇਹ ਚਾਹੀਦਾ ਵਾ ਵੀ ਅਸੀਂ ਔਰ ਸਾਡੇ ਬੱਚੇ ਜਿਹੜੇ ਆ ਉਹ ਕਿਵੇਂ ਖੁਸ਼ ਰਹਿ ਸਕਦੇ ਆ। ਜਦੋਂ ਬੱਚੇ ਵੱਡੇ ਹੋ ਜਾਣ, ਸਾਨੂੰ ਪੇਰੈਂਟਸ ਨੂੰ ਵੀ ਚਾਹੀਦਾ ਵਾ ਵੀ ਅਸੀਂ ਉਹਨਾਂ ਨਾਲ ਖੁੱਲ੍ਹ ਕੇ ਉਹਨਾਂ ਨਾਲ ਸਲਾਹ ਮਸ਼ਵਰਾ ਕਰੀਏ, ਉਹਨਾਂ ਦੀ ਰਾਏ ਵੀ ਲਈਏ, ਉਹਨਾਂ ਨੂੰ ਸਮਝਾਈਏ ਔਰ ਕਿਸੇ ਹੱਦ ਤੱਕ ਸ਼ਾਇਦ ਸਾਨੂੰ ਵੀ ਉਹਨਾਂ ਦੀ ਬੱਚਿਆਂ ਦੀ ਗੱਲ ਸੁਣਨੀ ਪਊ। ਬਹੁਤ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ, ਤੁਹਾਡੇ ਸਭ ਦੇ ਵਿਚਾਰ ਸੁਣ ਕੇ। ਹੁਣ ਸਮਾਂ ਖਤਮ ਹੋ ਰਿਹਾ, ਸੋ ਮੈਨੂੰ ਦਿਓ ਇਜਾਜ਼ਤ। ਹੁਣ ਆਪਣੀ ਮੁਲਾਕਾਤ ਵੀਕਐਂਡ ਤੋਂ ਬਾਅਦ ਹੀ ਹੋਏਗੀ। ਉਦੋਂ ਤੱਕ ਸਾਨੂੰ ਤੁਹਾਡੀਆਂ ਈਮੇਲਸ ਦਾ ਇੰਤਜ਼ਾਰ ਰਹੇਗਾ। ਸੋ ਟੇਕ ਕੇਅਰ, ਹੈਵ ਅ ਗ੍ਰੇਟ ਵੀਕਐਂਡ। ਨਮਸਕਾਰ, ਸਤਿ ਸ਼੍ਰੀ ਅਕਾਲ, ਰੱਬ ਰਾਖਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।